ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰਾ ਨਾਮ ਹੈ ਜਸ਼ਨਪ੍ਰੀਤ ਸਿੰਘ ਭੁੱਲਰ ਤੇ ਮੈਂ ਪੰਜਾਬ ਪੁਲਿਸ ਵਿੱਚ ਐਜ਼ ਸਬ ਇੰਸਪੈਕਟਰ ਪੋਸਟਡ ਹਾਂ। ਇਸ ਚੈਨਲ ਦੇ ਥਰੂ ਮੈਂ ਕੋਸ਼ਿਸ਼ ਕਰਦਾ ਜਿਹੜਾ ਪੰਜਾਬ ਦਾ ਯੂਥ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰ ਰਿਹਾ ਉਹਨਾਂ ਨੂੰ ਥੋੜੀ ਬਹੁਤ ਹੈਲਪ ਕਰ ਸਕਾਂ ਵੀ ਉਹ ਜਲਦੀ ਕੋਈ ਨਾ ਕੋਈ ਜੌਬ ਲੈ ਸਕਣ। ਜਿਹੜੇ ਇਸ ਚੈਨਲ ਤੇ ਪਹਿਲੀ ਵਾਰੀ ਆਏ ਆ, ਪਹਿਲੀ ਵਾਰੀ ਵੀਡੀਓ ਦੇਖ ਰਹੇ ਆ, ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਕਿ 2014 ਵਿੱਚ ਮੈਂ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਸ਼ੁਰੂ ਕੀਤੀ ਸੀ ਤੇ 2016 ਵਿੱਚ ਡਿਸਟ੍ਰਿਕਟ ਕੇਡਰ ਪੰਜਾਬ ਪੁਲਿਸ ਸਬ ਇੰਸਪੈਕਟਰ ਦੀਆਂ ਜਿਹੜੀਆਂ ਪੋਸਟਾਂ ਆਈਆਂ ਸੀ ਉਹਦੇ ਵਿੱਚ ਮੇਰਾ ਫਸਟ ਰੈਂਕ ਆਇਆ ਸੀਗਾ। ਆਲ ਓਵਰ ਪੰਜਾਬ ਦੇ 97 ਮਾਰਕਸ ਆਏ ਸੀ 100 ਵਿੱਚੋਂ। ਹੁਣ ਆਪਾਂ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ। ਇਹਦੇ ਵਿੱਚ ਆਪਾਂ ਗੱਲ ਕਰਾਂਗੇ ਜਿਹੜੀ ਪੰਜਾਬ ਵਿੱਚ ਪਟਵਾਰੀ ਦੀ ਤੇ ਜ਼ਿਲ੍ਹੇਦਾਰ ਦੀ ਪੋਸਟ ਆਈ ਆ, ਉਹਦੇ ਵਿੱਚ ਜਿਹੜੇ ਸਟੂਡੈਂਟ, ਜਿਹੜੇ ਬੱਚੇ ਪਹਿਲੀ ਵਾਰੀ ਉਹਨਾਂ ਨੇ ਪੇਪਰ ਦੇਣਾ ਪਟਵਾਰੀ ਦਾ, ਇਸ ਤੋਂ ਪਹਿਲਾਂ ਕੋਈ ਐਗਜ਼ਾਮ ਨਹੀਂ ਦੇਣਾ, ਸਿਰਫ ਇਸ ਪੇਪਰ ਦੀ ਹੀ ਤਿਆਰੀ ਸ਼ੁਰੂ ਕੀਤੀ ਹੈ ਜਿਨ੍ਹਾਂ ਨੇ, ਉਹਨਾਂ ਬਾਰੇ, ਉਹਨਾਂ ਦੇ ਲਈ ਫੋਕਸ ਕਰਕੇ ਇਹ ਵੀਡੀਓ ਬਣਾ ਰਿਹਾ ਮੈਂ। ਤਾਂ ਤੁਸੀਂ ਕੋਈ ਵੀ ਐਗਜ਼ਾਮ ਦਿੰਦੇ ਹੋ, ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਉਹਦਾ ਸਿਲੇਬਸ ਕੀ ਆ। ਅੰਨੇਵਾਹ ਨਹੀਂ ਕਿਸੇ ਨੂੰ ਵੀ ਫੋਲੋ ਕਰਨਾ ਵੀ ਤੁਹਾਨੂੰ ਕੋਈ ਪੁਰਾਣੇ ਸਟੂਡੈਂਟ ਮਿਲ ਗਏ ਜਾਂ ਕੋਈ ਕੋਚਿੰਗ ਸੈਂਟਰ ਸਿਰਫ ਬਲਾਈਂਡਲੀ ਉਹਨਾਂ ਨੂੰ ਫਿਰ ਮੰਨਣ ਲੱਗ ਜਾਓ ਵੀ ਹਾਂ ਵੀ ਆ ਜੋ ਕਰਾ ਰਿਹਾ ਠੀਕ ਆ। ਤੁਹਾਨੂੰ ਆਪ ਨੂੰ ਪਤਾ ਹੋਣਾ ਚਾਹੀਦਾ ਵੀ ਸਿਲੇਬਸ ਕੀ ਆ। ਤਾਂ ਸਭ ਤੋਂ ਪਹਿਲਾਂ ਆਪਾਂ ਅੱਜ ਸਿਲੇਬਸ ਦੀ ਗੱਲ ਕਰਦੇ ਹਾਂ। ਪਟਵਾਰੀ ਤੇ ਜ਼ਿਲ੍ਹੇਦਾਰ ਦਾ ਜਿਹੜਾ ਸਿਲੇਬਸ ਉਹਨਾਂ ਨੇ ਪਾਇਆ, ਸਭ ਤੋਂ ਪਹਿਲਾਂ ਜੀ ਜਨਰਲ ਅਵੇਅਰਨੈਸ ਐਂਡ ਨੌਲੇਜ, ਜਨਰਲ ਨੌਲੇਜ ਐਂਡ ਅਵੇਅਰਨੈਸ, ਫਿਰ ਹੈਗਾ ਮੈਂਟਲ ਐਬਿਲਿਟੀ, ਫਿਰ ਹੈਗਾ ਕੁਆਂਟੀਟੇਟਿਵ ਐਬਿਲਿਟੀ, ਫਿਰ ਹੈ ਲੈਂਗੁਏਜਿਸ, ਤੇ ਫਿਰ ਹੈ ਇਨਫੋਰਮੇਸ਼ਨ ਟੈਕਨੋਲੋਜੀ, ਫਿਰ ਹੈ ਐਗਰੀਕਲਚਰ, ਤੇ ਫਿਰ ਹੈ ਪੰਜਾਬ ਹਿਸਟਰੀ ਐਂਡ ਕਲਚਰ। ਹੁਣ ਆਪਾਂ ਮੋਟੀ ਮੋਟੀ ਗੱਲਾਂ ਕਰਾਂਗੇ ਸਾਰੇ ਸਬਜੈਕਟਾਂ ਦੀਆਂ ਤੇ ਤੁਹਾਨੂੰ ਮੈਂ ਦੱਸੂਗਾ ਵੀ ਕਿਵੇਂ ਤੁਸੀਂ ਤਿਆਰੀ ਕਰ ਸਕਦੇ ਹੋ, ਕਿਉਂਕਿ ਉਹਨਾਂ ਨੇ ਜਿਹੜੀ ਨੋਟੀਫਿਕੇਸ਼ਨ ਕੱਢੀ ਆ ਉਹ 14 ਤਰੀਕ ਨੂੰ ਕੱਢੀ ਸੀਗੀ, 14 ਜਨਵਰੀ ਨੂੰ, ਤੇ ਟਾਈਮ ਪੀਰੀਅਡ ਬਹੁਤ ਘੱਟ ਮਿਲਣਾ ਹੈ ਮੇਰੇ ਖਿਆਲ 'ਚ। ਜਦੋਂ ਅਸਿਸਟੈਂਟ ਸੁਪਰਡੈਂਟ ਜੇਲ੍ਹ ਦਾ ਐਗਜ਼ਾਮ ਹੋਇਆ ਉਹ ਵੀ ਉਹਨਾਂ ਨੇ SSSB ਬੋਰਡ ਨੇ ਲਿਆ ਤੇ 2.5 ਮੰਥ ਦੇ ਅੰਦਰ ਅੰਦਰ ਲੈ ਲਿਆ ਸੀਗਾ। ਤਾਂ ਉਮੀਦ ਆ ਵੀ ਮਤਲਬ ਉਹ ਪੇਪਰ ਨੂੰ ਦੇਖਦੇ ਹੋਏ ਇਸ ਪੇਪਰ ਲਈ, ਪਟਵਾਰੀ ਦੇ ਪੇਪਰ ਲਈ ਵੀ ਤੁਹਾਨੂੰ ਲਗਭਗ 2.5 ਤੋਂ 3 ਮਹੀਨੇ ਹੀ ਮਿਲਣਗੇ। ਤੇ ਟਾਈਮ ਬਹੁਤ ਘੱਟ ਆ। ਜਿਹੜੇ ਸਟੂਡੈਂਟ ਨੇ ਪਹਿਲੀ ਵਾਰੀ ਕਿਤਾਬਾਂ ਚੱਕੀਆਂ ਬਹੁਤ ਘੱਟ ਟਾਈਮ ਉਹਨਾਂ ਲਈ, ਕਿਉਂਕਿ ਉਹਨਾਂ ਦਾ ਕੰਪੀਟੀਸ਼ਨ ਉਹਨਾਂ ਨਾਲ ਹੋਣਾ ਜਿਹੜੇ ਪਿਛਲੇ 6 ਮਹੀਨੇ ਸਾਲ ਤੋਂ ਲੱਗੇ ਹੋਏ ਆ। ਪਰ ਆਪਾਂ ਨੂੰ ਤਿਆਰੀ ਹੁਣ ਸ਼ੁਰੂ ਕੀਤੀ ਆ ਤਾਂ ਜ਼ੋਰ ਤਾਂ ਲਾਉਣਾ ਹੀ ਆਪਦਾ, ਬਾਕੀ ਰੱਬ ਰੱਖਾ ਵੀ ਗੱਲ ਬਣਦੀ ਹੈ ਕਿ ਨਹੀਂ, ਆਪਦੇ ਵੱਲੋਂ ਤੁਸੀਂ ਪੂਰਾ ਜ਼ੋਰ ਲਾਉਣਾ ਆ। ਸਭ ਤੋਂ ਪਹਿਲਾਂ ਹੁਣ ਆਪਾਂ ਗੱਲ ਕਰਾਂਗੇ ਐਗਰੀਕਲਚਰ ਬਾਰੇ। ਐਗਰੀਕਲਚਰ ਦੇ ਜਿਹੜੇ ਟੌਪਿਕ ਆ, ਕਿਉਂਕਿ ਸਟੂਡੈਂਟ ਜਿਹੜੇ ਪਿਛਲੇ ਕਾਫੀ ਟਾਈਮ ਤੋਂ ਜੁੜੇ ਹੋਏ ਆ ਮੇਰੇ ਨਾਲ, ਉਹ ਕਹਿ ਰਹੇ ਸੀਗੇ ਵੀ ਬਾਕੀ ਟੌਪਿਕ ਤਾਂ ਅਸੀਂ ਬਾਕੀ ਸਬਜੈਕਟ ਜਿਹੜੇ ਪੇਪਰ ਹੁੰਦੇ ਆ ਉਹਨਾਂ ਵਿੱਚ ਵੀ ਪੜ੍ਹ ਲੈਂਦੇ ਆ, ਮਤਲਬ ਅਸੀਂ ਪਹਿਲਾਂ ਪੜ੍ਹੇ ਹੋਏ ਆ, ਪਰ ਐਗਰੀਕਲਚਰ ਪਹਿਲਾਂ ਨਹੀਂ ਪੜ੍ਹਿਆ। ਤਾਂ ਤੁਸੀਂ ਸਾਨੂੰ ਐਗਰੀਕਲਚਰ ਦੇ ਬਾਰੇ ਦੱਸ ਦਿਓ ਵੀ ਅਸੀਂ ਕਿਹੜੀ ਬੁੱਕ ਪੜ੍ਹੀਏ ਜਾਂ ਫਿਰ ਕਿੱਥੋਂ ਪੜ੍ਹੀਏ। ਤਾਂ ਮੈਂ ਤੁਹਾਨੂੰ ਬਾਅਦ 'ਚ ਦੱਸੂਗਾ ਵੀ ਕਿੱਥੋਂ ਕਿੱਥੋਂ ਤੁਸੀਂ ਇਹ ਟੌਪਿਕ ਪੜ੍ਹ ਸਕਦੇ ਹੋ। ਇੱਕ ਵਾਰੀ ਆਪਾਂ ਮੋਟੀ ਮੋਟੀ ਗੱਲ ਕਰ ਲੈਂਦੇ ਹਾਂ ਐਗਰੀਕਲਚਰ ਜਿਹੜੇ ਉਹਨਾਂ ਨੇ ਸਿਲੇਬਸ 'ਚ ਮੈਂਸ਼ਨ ਕੀਤੇ ਟੌਪਿਕ। ਸਭ ਤੋਂ ਪਹਿਲਾਂ ਮੈਂਸ਼ਨ ਕੀਤਾ ਉਹਨਾਂ ਨੇ ਰਾਬੀ ਐਂਡ ਖਰੀਫ ਕ੍ਰੌਪਸ। ਇੱਕ ਜ਼ੈਦ ਕ੍ਰੌਪਸ ਵੀ ਹੁੰਦੀਆਂ ਉਹਨਾਂ ਨੇ ਮੈਂਸ਼ਨ ਨਹੀਂ ਕੀਤੀਆਂ, ਤਾਂ ਉਹ ਵੀ ਤੁਸੀਂ ਕਵਰ ਕਰ ਹੀ ਲਓਗੇ ਜਦੋਂ ਉਹਨੂੰ ਪੜ੍ਹੋਗੇ। ਖਰੀਫ ਕ੍ਰੌਪ ਜਿਵੇਂ ਗਰਮੀਆਂ ਲੱਗਦੀਆਂ ਜਿਹੜੀਆਂ, ਜਿਵੇਂ ਚੌਲ ਹੋ ਗਏ, ਬਾਸਮਤੀ ਹੋ ਗਈ। ਰਾਬੀ ਕ੍ਰੌਪਸ ਜਿਵੇਂ ਆਪਣੀ ਕਣਕ ਹੋ ਗਈ, ਜਿਹੜੇ ਜ਼ਿਆਦਾਤਰ ਠੰਡ 'ਚ ਲੱਗਦੀਆਂ ਨੇ। ਤੇ ਐਵੇਂ ਜ਼ੈਦ ਕ੍ਰੌਪ ਹੁੰਦੀਆਂ ਜਿਹੜੀਆਂ ਇਹਨਾਂ ਦੋਵਾਂ ਦੇ ਵਿਚਾਲੇ ਜਿਹੜਾ ਮੌਸਮ ਹੁੰਦਾ ਉਹਦੇ 'ਚ ਲੱਗਦੀਆਂ ਨੇ। ਤੇ ਫਿਰ ਇਹਦੇ ਬਾਰੇ ਤੁਸੀਂ ਹੁਣ ਕਿੱਥੋਂ ਪੜ੍ਹਨਾ, ਇਹਦਾ ਮੈਂ ਤੁਹਾਨੂੰ ਲਿੰਕ ਦੇ ਦੂੰਗਾ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ। ਜਿੰਨੇ ਵੀ ਟੌਪਿਕ ਨੇ ਐਗਰੀਕਲਚਰ ਦੇ, ਮੈਂ ਉਹਨਾਂ ਸਾਰਿਆਂ ਨੂੰ ਚੰਗੀ ਤਰ੍ਹਾਂ ਦੇਖਿਆ ਤੇ ਮੈਂ ਨੈੱਟ 'ਤੇ ਸਰਚ ਕੀਤਾ। ਕਈਆਂ ਦੀ ਤਾਂ NCERT ਵਿੱਚ ਕਵਰ ਹੋ ਗਏ ਕਾਫੀ ਟੌਪਿਕਸ ਤਾਂ, ਤੇ ਬਾਕੀ ਜਿਹੜੇ NCERT ਵਿੱਚ ਨਹੀਂ ਕਵਰ ਹੋਏ ਸੀਗੇ ਉਹਨਾਂ ਦੀਆਂ ਹੋਰ ਮੈਂ ਲਿੰਕ ਦੇਖੇ ਆ ਤੇ ਉਹ ਕਾਫੀ ਜੈਨੂਅਨ ਜਿਹੇ ਲੱਗੇ ਮੈਨੂੰ ਵੀ ਸਾਰਾ ਕੁਝ ਕਵਰ ਕਰ ਰਹੇ ਆ। ਤਾਂ ਤੁਸੀਂ ਉੱਥੋਂ ਪੜ੍ਹ ਸਕਦੇ ਹੋ। ਇਕੱਲੇ ਇਕੱਲੇ ਟੌਪਿਕ ਦਾ ਮੈਂ ਲਿੰਕ ਪਾ ਦੂੰਗਾ ਡਿਸਕ੍ਰਿਪਸ਼ਨ 'ਚ, ਤੇ ਤੁਸੀਂ ਉਹ ਦੇਖ ਲਿਓ, ਉੱਥੋਂ ਡਾਊਨਲੋਡ ਕਰ ਲਿਓ। PDF ਫਾਈਲਸ ਨੇ ਉਹ ਸਾਰੀਆਂ, ਤੇ ਹੁਣ ਤੁਹਾਨੂੰ ਭਾਵੇਂ ਪ੍ਰਿੰਟ ਆਊਟ ਕਢਾ ਲਿਓ ਤੇ ਭਾਵੇਂ ਤੁਸੀਂ ਔਨਲਾਈਨ ਪੜ੍ਹ ਸਕਦੇ ਹੋ ਤਾਂ ਔਨਲਾਈਨ ਪੜ੍ਹ ਲਿਓ PDF ਫੋਰਮ ਵਿੱਚ। ਉਸ ਤੋਂ ਬਾਅਦ ਜਿਹੜਾ ਇੱਕ ਟੌਪਿਕ ਹੈ ਸੋਇਲ ਆਫ ਪੰਜਾਬ, ਇਹ ਮੈਂ PDF ਵਿੱਚ ਨਹੀਂ ਪਾਊਂਗਾ ਕਿਉਂਕਿ ਸੋਇਲ ਆਫ ਪੰਜਾਬ ਜਿਹੜਾ ਟੌਪਿਕ ਹੈ, ਤੁਸੀਂ ਸਾਡਾ ਪੰਜਾਬ ਬੁੱਕ ਆਉਂਦੀ ਆ, ਉਹ ਪੰਜਾਬ ਦੀ ਜਨਰਲ ਸਟੱਡੀਜ਼ ਵਾਸਤੇ ਆ, ਤੇ ਉਹਦੇ ਵਿੱਚ ਹੀ ਸੋਇਲ ਆਫ ਪੰਜਾਬ ਵੀ ਕਵਰ ਹੋ ਜਾਂਦੀ ਹੈ। ਜੇ ਤੁਸੀਂ ਬੁੱਕ ਨਹੀਂ ਲੈਣੀ ਚਾਹੁੰਦੇ ਤਾਂ ਸਿੰਪਲ ਤੁਸੀਂ ਗੂਗਲ 'ਤੇ ਜਾ ਕੇ ਸਰਚ ਕਰ ਲਿਓ ਸੋਇਲ ਆਫ ਪੰਜਾਬ, ਤੇ ਤੁਸੀਂ ਉੱਥੇ ਪੜ੍ਹ ਲਓਗੇ। ਕਾਫੀ ਵੈਬਸਾਈਟਸ 'ਤੇ ਆ ਜਾਊਗਾ ਵੀ ਸੋਇਲਸ ਕਿਹੜੀਆਂ ਕਿਹੜੀਆਂ ਮਿਲਦੀਆਂ ਪੰਜਾਬ ਵਿੱਚ, ਉਹਨਾਂ ਦੇ ਕਰੈਕਟਰਿਸਟਿਕਸ ਕੀ ਨੇ। ਠੀਕ ਆ। ਉਸ ਤੋਂ ਬਾਅਦ ਐਗਰੋ ਫੋਰੈਸਟਰੀ ਹੈ। ਐਗਰੋ ਫੋਰੈਸਟਰੀ ਹੁੰਦਾ ਵੀ ਆਪਾਂ ਖੇਤੀਬਾੜੀ ਦੇ ਨਾਲ ਨਾਲ ਆਪਾਂ ਜਿਹੜੇ ਪੇੜ ਦਰਖਤ ਆ ਉਹ ਵੀ ਉਗਾਈਏ, ਉਹਨੂੰ ਕਹਿੰਦੇ ਆ। ਮੋਟਾ ਮੋਟਾ ਤੁਹਾਨੂੰ ਦੱਸ ਰਿਹਾ ਵੀ ਇਹ ਐਗਰੋ ਫੋਰੈਸਟਰੀ ਹੁੰਦੀ ਆ। ਡਿਟੇਲ ਵਿੱਚ ਤੁਸੀਂ PDF 'ਚੋਂ ਪੜ੍ਹ ਸਕਦੇ ਹੋ। ਫਿਰ ਇਰੀਗੇਸ਼ਨ ਸਿਸਟਮ ਆ ਗਿਆ ਵੀ ਆਪਾਂ ਜਿਹੜਾ ਆਪਾਂ ਪਾਣੀ ਲਾਉਂਦੇ ਆ ਖੇਤਾਂ ਨੂੰ, ਉਹਨੂੰ ਇਰੀਗੇਸ਼ਨ ਫੈਸਿਲਿਟੀ ਕਹਿੰਦੇ ਆ। ਪੰਜਾਬ ਜ਼ਿਆਦਾਤਰ ਦੋ ਤਰ੍ਹਾਂ ਦੀ ਹੁੰਦੀ ਹੈ, ਟਿਊਬਵੈੱਲ ਤੇ ਜਿਹੜੀਆਂ ਨਹਿਰਾਂ ਉਹਨਾਂ ਦੇ ਥਰੂ। ਆਲ ਓਵਰ ਹੋਰ ਵੀ ਇਰੀਗੇਸ਼ਨ ਦੇ ਸਿਸਟਮ ਆ ਰਹੇ ਨਵੇਂ, ਜਿਵੇਂ ਡ੍ਰਿਪ ਇਰੀਗੇਸ਼ਨ ਹੋ ਗਈ, ਸਪ੍ਰਿੰਕਲਰ ਇਰੀਗੇਸ਼ਨ ਹੋ ਗਈ। ਜਿਵੇਂ ਤੁਸੀਂ ਦੇਖਿਆ ਹੋਊਗਾ ਫੁੱਟਬਾਲ ਗਰਾਊਂਡ ਹੁੰਦੇ ਆ ਜਾਂ ਹਾਕੀ ਗਰਾਊਂਡ, ਉਹਨਾਂ ਵਿੱਚ ਇੱਕ ਉਹ ਲੱਗੇ ਹੁੰਦੇ ਆ ਪਾਣੀ ਜਿਹੜਾ ਛਿੜਕਾਉਂਦੇ ਆ, ਤੇ ਉਹਨਾਂ ਨੂੰ ਸਪ੍ਰਿੰਕਲਰ ਇਰੀਗੇਸ਼ਨ ਕਹਿੰਦੇ ਆ। ਉਹ ਖੇਤੀ ਵਾਸਤੇ ਵੀ ਯੂਜ਼ ਹੁੰਦੇ ਆ ਉਹ। ਉਸ ਤੋਂ ਬਾਅਦ ਐਗਰੋ ਬੇਸ ਇੰਡਸਟਰੀ ਆ, ਇਹਦੀ ਵੀ ਮੈਂ PDF ਲਿੰਕ ਤੁਹਾਨੂੰ ਦਊਂਗਾ। ਐਗਰੋ ਬੇਸ ਇੰਡਸਟਰੀ ਜਿਵੇਂ ਕਿ ਆਪਾਂ ਜਿਵੇਂ ਚੱਕੀ, ਛੋਟਾ ਐਗਜ਼ਾਮਪਲ ਆ, ਜਿਵੇਂ ਆਪਾਂ ਆਟਾ ਪਸਾਉਂਦੇ ਚੱਕੀ ਆ, ਉਹ ਇੱਕ ਤਰ੍ਹਾਂ ਦੀ ਐਗਰੀ ਪ੍ਰੋਸੈਸਿੰਗ ਇੰਡਸਟਰੀ ਆ।
ਤੇ ਇਦਾਂ ਹੀ ਜਿਵੇਂ ਪੈਪਸੀ ਹੋ ਗਈ, ਨੈਸਲੇ ਹੋ ਗਏ, ਨੈਸਲੇ ਦਾ ਆਪਣਾ ਮੋਗੇ ਹੈਗਾ ਪਲਾਂਟ ਜਿਹੜੇ ਕਿ ਮਿਲਕ ਦੇ ਪ੍ਰੋਡਕਟ ਜ਼ਿਆਦਾਤਰ ਬਣਾਉਂਦੇ ਨੇ। ਇਦਾਂ ਹੀ ਇਹ ਸਾਰੀਆਂ ਜਿਹੜੀਆਂ ਵੀ ਇੰਡਸਟਰੀਜ਼ ਨੇ ਜਿਹੜੀਆਂ ਖੇਤੀਬਾੜੀ ਨਾਲ ਸੰਬੰਧਿਤ ਨੇ ਉਹ ਐਗਰੋ ਬੇਸਡ ਇੰਡਸਟਰੀਜ਼ 'ਚ ਆਉਂਦੀਆਂ ਨੇ। ਤੇ ਇਹਦੇ ਨਾਲ ਹੀ ਫੂਡ ਪ੍ਰੋਸੈਸਿੰਗ ਵੀ ਇਹਦੇ ਵਿੱਚ ਹੀ ਆਉਂਦੀ ਆ, ਇੱਕ ਤਰ੍ਹਾਂ ਦੀ ਇੰਡਸਟਰੀ ਹੈ ਐਗਰੀਕਲਚਰ ਬੇਸਡ। ਤੇ ਉਹਦੀ ਵੀ PDF ਲਿੰਕ ਮੈਂ ਪਾ ਦੂੰਗਾ, ਤੁਸੀਂ ਪੜ੍ਹ ਸਕਦੇ ਹੋ ਵੀ ਕਿਹੜੀਆਂ ਕਿਹੜੀਆਂ ਇੰਡਸਟਰੀਜ਼ ਨੇ ਤੇ ਕੀ ਉਹਨਾਂ ਵਿੱਚ ਕਮੀਆਂ ਨੇ ਤੇ ਕਿਵੇਂ ਉਹਨਾਂ ਦਾ ਸੁਧਾਰ ਹੋ ਸਕਦਾ। ਉਹਦਾ PDF ਲਿੰਕ ਪਾਊਂਗਾ, ਉਹ ਪੜ੍ਹ ਲਿਓ ਤੁਸੀਂ। ਉਸ ਤੋਂ ਬਾਅਦ ਹੈਗਾ ਵੀ ਹਾਰਮਫੁਲ ਤੇ ਫਰੈਂਡਲੀ ਇਨਸੈਕਟਸ ਤੇ ਐਨੀਮਲ ਜਿਹੜੇ ਐਗਰੀਕਲਚਰ ਨਾਲ ਰਿਲੇਟਡ ਨੇ। ਇਹਦੇ ਵਿੱਚੋਂ ਮੈਨੂੰ ਲੱਗਦਾ ਵੀ ਇੱਦਾਂ ਦਾ ਕੁਐਸਚਨ ਪਾ ਸਕਦੇ ਆ ਵੀ ਇਸ ਫਸਲ ਦੇ ਰਿਲੇਟਡ ਕਿਹੜਾ, ਮਤਲਬ ਜ਼ਿਆਦਾਤਰ ਪੰਜਾਬ ਦੇ ਪੁਰਾਣੇ ਪੇਪਰ ਦੇਖੀਏ ਤਾਂ ਇੱਦਾਂ ਪਾਉਂਦੇ ਹੁੰਦੇ ਵੀ ਇਸ ਫਸਲ ਨਾਲ ਰਿਲੇਟਡ ਕਿਹੜਾ ਕੀੜਾ ਆ। ਤੇ ਜਿਵੇਂ ਪਿੱਛੇ ਜੇ ਲੋਕਸਟ ਜਿਹੜੀ ਟਿੱਡੀ ਆ ਉਹ ਬਹੁਤ ਜ਼ਿਆਦਾ ਚੱਲ ਰਹੀ ਸੀ ਪੰਜਾਬ 'ਤੇ, ਤੁਸੀਂ ਉਹਦੇ ਬਾਰੇ ਪੜ੍ਹ ਲਿਓ ਵੀ ਉਹ ਕਿੱਧਰੋਂ ਆਉਂਦੀ ਆ ਤੇ ਕੀ ਕੀ ਨੁਕਸਾਨ ਕਰਦੀ ਹੈ ਫਸਲ ਨੂੰ। ਤੇ ਬਾਕੀ ਮੈਂ ਲਿੰਕ ਵੀ ਪਾ ਦੂੰਗਾ, ਦੋ ਲਿੰਕ ਨੇ। ਇੱਕ ਵਿੱਚ ਹੋਊਗਾ ਵੀ ਕਿਹੜੇ ਕਿਹੜੇ ਜਿਹੜੇ ਇਨਸੈਕਟਸ ਨੇ ਉਹ ਫਾਇਦਾ ਕਰਦੇ ਆ ਕਿਹੜੀ ਕਿਹੜੀ ਫਸਲ ਨੂੰ, ਦੂਜੇ ਵਿੱਚ ਇਹ ਹੋਊਗਾ ਵੀ ਕਿਹੜੇ ਕਿਹੜੇ ਇਨਸੈਕਟਸ ਨੇ ਉਹ ਨੁਕਸਾਨ ਕਰਦੇ ਆ ਕਿਹੜੀ ਕਿਹੜੀ ਫਸਲ ਨੂੰ। ਉਹ ਸਿੱਧਾ ਪੜ੍ਹ ਸਕਦੇ ਹੋ ਤੁਸੀਂ। ਉਸ ਤੋਂ ਬਾਅਦ ਹੈਗਾ ਕੰਟਰੀਬਿਊਸ਼ਨ ਆਫ ਐਗਰੀਕਲਚਰ ਇਨ ਇਕਨੋਮਿਕਲ ਡਿਵੈਲਪਮੈਂਟ। ਜੋ ਤੁਸੀਂ ਆ ਸਾਰੇ ਟੌਪਿਕ ਕਰੋਗੇ ਇਹਦੇ ਵਿੱਚ ਆਹ ਵਾਲਾ ਟੌਪਿਕ ਆਲਰੇਡੀ ਕਵਰ ਹੋ ਜਾਊਗਾ। ਫਿਰ ਵੀ ਤੁਸੀਂ ਇੱਕ ਵਾਰੀ ਇਹ ਚੀਜ਼ ਚੈੱਕ ਕਰ ਲਿਓ ਜਦੋਂ ਪੇਪਰ ਦੇਣ ਜਾਣਾ, ਉਸ ਤੋਂ ਪਹਿਲਾਂ ਵੀ ਜਿਹੜਾ ਐਗਰੀਕਲਚਰ ਦਾ ਕੀ ਕੰਟਰੀਬਿਊਸ਼ਨ ਆ ਆਪਣੇ GDP ਦੇ ਵਿੱਚ, ਇੰਡੀਆ ਦੇ GDP ਵਿੱਚ ਵੀ ਤੇ ਪੰਜਾਬ ਦੇ GDP ਦੇ ਵਿੱਚ ਵੀ। ਠੀਕ ਆ, ਉਹ ਤਾਂ ਸਿਰਫ ਇੱਕ ਡਾਟਾ ਆ, ਪੇਪਰ ਤੋਂ ਪਹਿਲਾਂ ਇੱਕ ਵਾਰੀ ਚੈੱਕ ਕਰਕੇ ਚੱਲ ਜਿਓ, ਕਈ ਵਾਰੀ ਆ ਜਾਂਦਾ ਐਗਜ਼ਾਮ ਵਿੱਚ। ਫਿਰ ਉਸ ਤੋਂ ਬਾਅਦ ਹੈਗਾ ਇੰਸਟੀਟਿਊਟਸ ਰਿਲੇਟਡ ਟੂ ਐਗਰੀਕਲਚਰ ਡਿਵੈਲਪਮੈਂਟ। ਦੇਖੋ ਐਗਰੀਕਲਚਰ ਰਿਲੇਟਡ ਜਿਹੜੇ ਇੰਸਟੀਟਿਊਟ ਪੁੱਛੇ ਇਹਨਾਂ ਨੇ ਉਹ ਬਹੁਤ ਸਾਰੇ ਇੰਸਟੀਟਿਊਟ ਨੇ, ਉਹਨਾਂ ਦਾ ਮੈਂ ਲਿੰਕ ਪਾ ਦੂੰਗਾ। ਉਹ ਮੇਰੇ ਖਿਆਲ 'ਚ ਘੱਟੋ ਘੱਟ 30 ਤਾਂ ਹੋਣਗੇ ਹੀ। ਤੇ ਜਿਹੜੇ ਉਹ ਕਈ ਨਾ ਇੰਸਟੀਟਿਊਟ ਜਿਵੇਂ ਈਸਟਰਨ ਐਗਰੀਕਲਚਰ ਅੱਡ ਆ, ਮਤਲਬ ਈਸਟ ਜਿਹੜਾ ਆਪਣਾ ਦੇਸ਼ ਦਾ ਈਸਟ ਪਾਸਾ, ਉਹ ਨਾ ਯਾਦ ਕਰਿਓ ਵੀ ਵੈਸਟ ਦਾ ਕਿਹੜਾ ਹੈਡ ਹੈ। ਜੇ ਤੁਹਾਡੇ ਕੋਲ ਐਕਸਟਰਾ ਟਾਈਮ ਹੈ ਫੇਰ ਕਰ ਲਿਓ, ਪਹਿਲਾਂ ਨਾ ਉਸ ਚੀਜ਼ਾਂ 'ਤੇ ਫੋਕਸ ਕਰਿਓ। ਲਿੰਕ ਮੈਂ ਪਾ ਦੂੰਗਾ, ਤੁਸੀਂ ਦੇਖ ਲਿਓ। ਉਹਨੂੰ ਲਾਸਟ 'ਤੇ ਕਰਿਓ ਜਦੋਂ ਬਾਕੀ ਸਾਰਾ ਟੌਪਿਕ ਤੁਹਾਡੇ ਕਵਰ ਹੋ ਗਏ। ਠੀਕ ਹੈ, ਤੇ ਇਕੱਲੀ ਚੀਜ਼ ਦਾ ਤੁਹਾਨੂੰ ਮੈਂ ਲਿੰਕ ਭੇਜ ਦੂੰਗਾ ਡਿਸਕ੍ਰਿਪਸ਼ਨ ਬਾਕਸ ਵਿੱਚ, ਤੁਸੀਂ ਡਾਊਨਲੋਡ ਕਰ ਲਿਓ। ਆਲਮੋਸਟ ਤੁਹਾਡਾ ਐਗਰੀਕਲਚਰ ਸਾਰਾ ਕਵਰ ਹੋ ਜਾਊਗਾ। ਇਸ ਤੋਂ ਇਲਾਵਾ ਵੀ ਤੁਹਾਨੂੰ ਲੱਗਿਆ ਕਿ ਐਗਰੀਕਲਚਰ ਕਵਰ ਨਹੀਂ ਹੋ ਰਿਹਾ, ਫਿਰ ਤੁਸੀਂ ਕੋਈ ਵੀ ਜਿਵੇਂ ਅਰਿਹੰਤ ਦੀ ਬੁੱਕ ਆਉਂਦੀ ਐਗਰੀਕਲਚਰ ਦੀ ਉਹ ਫੋਲੋ ਕਰ ਸਕਦੇ ਹੋ। ਤੇ ਇੱਕ ਗਿਆਨਮ ਦੀ ਬੁੱਕ ਵੀ ਆਉਂਦੀ ਹੈ ਐਗਰੀਕਲਚਰ ਦੀ, ਉਹ ਵੀ ਫੋਲੋ ਕਰ ਸਕਦੇ ਹੋ। ਪਰ ਇਕੱਲੇ ਟੌਪਿਕ ਵਾਈਜ਼ ਜਿਵੇਂ ਹੁਣ ਮੈਂ ਦੱਸ ਰਿਹਾ, ਉਹ ਮੈਂ PDF ਲਿੰਕ ਭੇਜੂੰਗਾ। ਉਹਦੇ ਵਿੱਚ ਇੱਕ ਲਿੰਕ ਹੋਊਗਾ ਬੇਸਿਕ ਐਗਰੀਕਲਚਰ ਵਾਲਾ। ਉਹ ਲਿੰਕ ਜਿਹੜਾ ਉਹਦੇ ਵਿੱਚ ਪੇਜਸ ਕਾਫੀ ਜ਼ਿਆਦਾ ਨੇ, ਮੇਰੇ ਖਿਆਲ ਨੀਅਰ ਅਬਾਊਟ 200 ਜਾਂ 250 ਪੇਜ ਹੋਣਗੇ। ਉਹ ਸਾਰੇ ਨਹੀਂ ਕਰਨੇ, ਉਹਦੇ ਪਹਿਲੇ 3 ਚੈਪਟਰ ਕਰਨੇ ਆ, ਮਤਲਬ ਕਿ ਉਹ 150 ਕੁ ਪੇਜ, 145 ਪੇਜ, ਸਿਰਫ ਉਹ ਪੜ੍ਹਿਓ ਪਹਿਲੇ 3 ਚੈਪਟਰ। ਉਸ ਤੋਂ ਬਾਅਦ ਵਾਲੇ ਤੁਹਾਡੇ ਇੰਪੋਰਟੈਂਟ ਹੈ ਨਹੀਂ ਤੁਹਾਡੇ ਲਈ, ਬਾਕੀ ਸਾਰੀ ਚੀਜ਼ਾਂ ਪੂਰੀਆਂ ਕਰ ਲਿਓ। ਇੱਕ ਚੀਜ਼ ਹੋਰ ਤੁਹਾਨੂੰ ਦੱਸਣੀ ਹੈ ਮੈਂ ਵੀ ਐਗਰੀਕਲਚਰ ਜਿਵੇਂ ਇਹਨਾਂ ਨੇ ਮੈਂਸ਼ਨ ਕੀਤਾ, ਆਲਮੋਸਟ ਤਾਂ ਇਹਨਾਂ ਨੇ ਸਾਰੇ ਟੌਪਿਕ ਲਿਖਤੇ ਆ, ਪਰ ਇਸ ਤੋਂ ਇਲਾਵਾ ਵੀ ਕਈ ਟੌਪਿਕ ਆ ਸਕਦੇ ਆ। ਤਾਂ ਉਹ ਜਿਹੜੀਆਂ ਤੁਹਾਨੂੰ ਮੈਂ ਸੋਰਸ ਦੱਸਿਆ ਉਹਦੇ ਵਿੱਚ ਕੁਝ ਐਕਸਟਰਾ ਟੌਪਿਕਸ ਵੀ ਹੋਣਗੇ, ਤਾਂ ਚੰਗੀ ਤਰ੍ਹਾਂ ਪੜ੍ਹ ਕੇ ਜਾਇਓ। ਹੁਣ ਮੈਂ ਤੁਹਾਨੂੰ ਦੱਸੂਗਾ ਵੀ ਮੈਂ ਇਹ ਚੀਜ਼ ਕਿਉਂ ਦੱਸ ਰਿਹਾ ਤੁਹਾਨੂੰ। ਇਸ ਤੋਂ ਬਾਅਦ ਆਪਾਂ ਗੱਲ ਕਰਦੇ ਇਨਫੋਰਮੇਸ਼ਨ ਟੈਕਨੋਲੋਜੀ ਸਬਜੈਕਟ ਜਿਹੜਾ ਇਹਨਾਂ ਨੇ ਪਾਇਆ ਹੋਇਆ। ਠੀਕ ਹੈ, ਇਨਫੋਰਮੇਸ਼ਨ ਟੈਕਨੋਲੋਜੀ ਵਿੱਚ ਮੇਨਲੀ ਸਾਰਾ ਕੰਪਿਊਟਰ ਦੇ ਰਿਗਾਰਡਿੰਗ ਆ ਗਿਆ। ਇਹਦੇ ਵਿੱਚ ਇਹਨਾਂ ਨੇ ਇੱਕ ਸਾਈਬਰ ਲਾਅ ਵਾਲਾ ਵੀ ਪਾਇਆ ਹੋਇਆ ਟੌਪਿਕ। ਠੀਕ ਹੈ, ਹੁਣ ਇਹ SSSB ਬੋਰਡ ਨੇ ਜਦੋਂ ਅਸਿਸਟੈਂਟ ਸੁਪਰਡੈਂਟ ਜੇਲ੍ਹ ਦਾ ਵੀ ਪੇਪਰ ਹੋਇਆ ਸੀਗਾ, ਉਹਦੇ ਵਿੱਚ ਸਪੈਸ਼ਲੀ ਅੱਡ ਮੈਂਸ਼ਨ ਕੀਤਾ ਸੀਗਾ ਸਾਈਬਰ ਲਾਅ, ਤੇ ਸਾਈਬਰ ਲਾਅ ਦੇ ਕਾਫੀ ਸਾਰੇ ਟੌਪਿਕ ਪਾਏ ਸੀਗੇ, ਪਰ ਪੇਪਰ ਵਿੱਚ ਉਹਦੇ ਵਿੱਚੋਂ ਇੱਕ ਵੀ ਕੁਐਸਚਨ ਨਹੀਂ ਆਇਆ। ਤੇ ਬੱਚਿਆਂ ਨੇ ਬਹੁਤ ਮਿਹਨਤ ਕੀਤੀ ਸੀ ਉਹਦੇ 'ਤੇ। ਤਾਂ ਤੁਹਾਨੂੰ ਮੈਂ ਇਹ ਦੱਸਣਾ ਚਾਹੁੰਦਾ ਵੀ ਇਹ ਜਿਹੜੇ ਟੌਪਿਕ ਦੱਸੇ ਹੁੰਦੇ ਆ ਨਾ, ਇਹ ਇੱਕ ਗਾਈਡਲਾਈਨ ਕਰਦੇ ਆ ਬੱਚਿਆਂ ਨੂੰ ਵੀ ਇਹਦੇ ਵਿੱਚ ਟੌਪਿਕ 'ਚੋਂ ਕੁਐਸਚਨ ਆ ਸਕਦੇ ਆ। ਜ਼ਰੂਰੀ ਨਹੀਂ ਹੈ ਵੀ ਉਸੇ 'ਚੋਂ ਹੀ ਆਉਣ, ਉਹ ਇੱਕ ਸਿਰਫ ਤੁਹਾਨੂੰ ਹਿੰਟ ਦਿੰਦੇ ਆ ਵੀ ਆਹ ਟੌਪਿਕ ਤੁਸੀਂ ਪੜ੍ਹ ਕੇ ਆਓ। ਜ਼ਰੂਰੀ ਨਹੀਂ ਹੁੰਦਾ ਵੀ ਉਹਦੇ 'ਚੋਂ ਸਾਰੇ ਕੁਐਸਚਨ ਆਉਣ। ਜਾਂ ਜੇ ਇੱਕ ਮੈਨੂੰ ਮੈਂਸ਼ਨ ਕਰਤਾ ਉਹਨਾਂ ਨੇ ਸਾਈਬਰ ਲਾਅ, ਤਾਂ ਇਹ ਨਹੀਂ ਹੈਗਾ ਵੀ ਤੁਸੀਂ ਸਾਈਬਰ ਲਾਅ ਦੇ ਮਗਰ ਹੀ ਪਏ ਰਹੋ, ਜਿਵੇਂ ਪਿਛਲੀ ਵਾਰੀ ਉਹਨਾਂ ਨੇ ਬਹੁਤ ਹਾਈਲਾਈਟ ਕੀਤਾ ਸੀਗਾ। ਤਾਂ ਤੁਸੀਂ ਓਵਰਆਲ ਸਾਰੇ ਸਬਜੈਕਟ ਚੋਂ ਸਾਰੇ ਜਿਹੜੇ ਟੌਪਿਕ ਆ ਉਹ ਥੋੜ੍ਹੇ ਸਾਰੇ ਕਵਰ ਕਰਕੇ ਜਾਣੇ ਆ। ਤਾਂ ਕੰਪਿਊਟਰ ਹੁਣ ਜਿਵੇਂ ਤੁਸੀਂ ਅਸਿਸਟੈਂਟ ਸੁਪਰਡੈਂਟ ਜੇਲ੍ਹ ਦਾ ਪੇਪਰ ਦੇਖਿਓ, ਉਹਦੇ ਵਿੱਚ ਬੇਸਿਕ ਹੀ ਆਇਆ ਹੋਇਆ, ਤਾਂ ਉਹ ਬੇਸਿਕ ਜ਼ਰੂਰ ਪੜ੍ਹ ਕੇ ਜਾਇਓ। ਉਸ ਤੋਂ ਬਾਅਦ ਤੁਹਾਡੇ ਕੋਲ ਐਕਸਟਰਾ ਟਾਈਮ ਆ ਤਾਂ ਕਿਸੇ ਇੱਕ ਚੀਜ਼ 'ਤੇ ਫੋਕਸ ਕਰ ਲਿਓ ਜ਼ਿਆਦਾ ਹੋਰ। ਠੀਕ ਆ, ਇਨਫੋਰਮੇਸ਼ਨ ਟੈਕਨੋਲੋਜੀ ਦੀ ਕਿਤਾਬ ਆ, ਅਰਿਹੰਤ ਦੀ ਆਉਂਦੀ ਆ, ਉਹ ਤੁਸੀਂ ਕੰਪਿਊਟਰ ਦੀ ਬੁੱਕ ਆ, ਉਹ ਤੁਸੀਂ ਫੋਲੋ ਕਰ ਸਕਦੇ ਹੋ। ਤੇ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਪੰਜਾਬ ਹਿਸਟਰੀ ਐਂਡ ਕਲਚਰ। ਇਹ ਇੱਕ ਸਾਡਾ ਪੰਜਾਬ ਬੁੱਕ ਆਉਂਦੀ ਆ, ਪਈ ਇਸ ਟਾਈਮ ਮੇਰੇ ਕੋਲੇ, ਆਹ ਬੁੱਕ ਆ, ਤੁਸੀਂ ਇਹ ਫੋਲੋ ਕਰ ਸਕਦੇ ਹੋ। ਇੱਕ ਆਪਣਾ ਪੰਜਾਬ ਬੁੱਕ ਵੀ ਆਉਂਦੀ ਆ, ਉਹ ਵੀ ਤੁਸੀਂ ਲੈ ਸਕਦੇ ਹੋ, ਜਿਹੜੀ ਤੁਹਾਨੂੰ ਜ਼ਿਆਦਾ ਠੀਕ ਲੱਗੇ। ਮੈਂ ਜ਼ਿਆਦਾਤਰ ਸਟੂਡੈਂਟ ਪੰਜਾਬ ਦੇ ਇਹੀ ਬੁੱਕ ਫੋਲੋ ਕਰਦੇ ਆ, ਮੁਨੀਸ਼ ਚੰਦਰ ਜੀ ਦੁਆਰਾ ਲਿਖੀ ਗਈ ਹੈ ਕਿਤਾਬ ਇਹ, ਤੁਸੀਂ ਇਹ ਲੈ ਲਿਓ, ਵਧੀਆ ਕਿਤਾਬ ਆ। ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਲੈਂਗੁਏਜਿਸ ਦੀ, ਜਿਹਦੇ ਵਿੱਚ ਉਹਨਾਂ ਨੇ ਇੰਗਲਿਸ਼ ਤੇ ਪੰਜਾਬੀ ਮੈਂਸ਼ਨ ਕੀਤੀ ਹੋਈ ਹੈ। ਪੰਜਾਬੀ ਦੀ ਜਿੰਨੀਆਂ ਹੁਣ ਤੱਕ ਮੈਂ ਕਿਤਾਬਾਂ ਦੇਖੀਆਂ ਉਹਨਾਂ ਵਿੱਚ ਸਭ ਤੋਂ ਬੈਸਟ ਨਰਿੰਦਰ ਦੁੱਗਲ ਜੀ ਦੀ ਕਿਤਾਬ ਆਉਂਦੀ ਹੈ ਵਿਆਕਰਣ ਦੀ, ਉਹ ਲੈ ਲਿਓ। ਉਹਦੇ ਉੱਤੇ ਹੋਰ ਤੁਹਾਨੂੰ ਕੁਛ ਜ਼ਿਆਦਾ ਕਰਨ ਦੀ ਲੋੜ ਨਹੀਂ ਗੀ, ਸਰਗੁਣ ਸੰਪੰਨ ਕਿਤਾਬ ਆ ਉਹ। ਜੇ ਚੰਗੀ ਤਰ੍ਹਾਂ ਕਰ ਲਓਗੇ ਐ ਨਹੀਂ ਆ ਤੁਹਾਡਾ ਕੋਈ ਕੁਐਸਚਨ ਛੁੱਟ ਜਾਊਗਾ, ਵਧੀਆ ਕੁਐਸਚਨ ਤੁਹਾਡੇ ਸਾਰੇ ਕਵਰ ਹੋ ਜਾਣਗੇ। ਉਸ ਤੋਂ ਬਾਅਦ ਇੰਗਲਿਸ਼ ਦੀ ਗੱਲ ਆਉਂਦੀ ਹੈ। ਇੰਗਲਿਸ਼ ਦੀਆਂ ਬਹੁਤ ਸਾਰੀਆਂ ਬੁੱਕਸ ਹੋਣੀਆਂ, ਤੁਹਾਡੇ ਕੋਲ ਪੁਰਾਣੀ ਬੁੱਕ ਵੀ ਪਈ ਹੈ, ਗ੍ਰਾਮਰ ਆਉਂਦੀ ਹੈ। ਬੇਸਿਕਲੀ ਗ੍ਰਾਮਰ ਤਾਂ ਸੇਮ ਹੀ ਰਹਿੰਦੀ ਇੰਗਲਿਸ਼ ਦੀ ਹਰ ਜਗ੍ਹਾ,
ਤਾਂ ਤੁਸੀਂ ਕੋਈ ਵੀ ਬੁੱਕ ਫੋਲੋ ਕਰ ਸਕਦੇ ਹੋ, ਤੁਹਾਡੇ ਕੋਲ ਪਈ ਆ। ਜੇ ਤੁਹਾਡੇ ਕੋਲ ਕੋਈ ਬੁੱਕ ਨਹੀਂ ਹੈਗੀ ਤਾਂ ਤੁਸੀਂ ਲਿਊਸੈਂਟ ਦੀ ਇੰਗਲਿਸ਼ ਬੁੱਕ ਆਉਂਦੀ ਆ ਉਹ ਲੈ ਸਕਦੇ ਹੋ, ਜਾਂ ਪ੍ਰਿੰਸ ਟੂ ਪੈਰਾਮਾਊਂਟ ਆਉਂਦੀ ਆ, ਜਾਂ ਨੀਤੂ ਸਿੰਘ ਜੀ ਦੀ ਬੁੱਕ ਆਉਂਦੀ ਹੈ ਗ੍ਰਾਮਰ ਦੀ, ਉਹ ਲੈ ਸਕਦੇ ਹੋ। ਫਿਰ ਆਪਾਂ ਗੱਲ ਕਰਦੇ ਹਾਂ ਹੁਣ ਕੁਆਂਟੀਟੇਟਿਵ ਐਬਿਲਿਟੀ, ਜਿਹਨੂੰ ਮੈਥਸ ਵੀ ਕਹਿ ਦਿੰਦੇ ਆ। ਮੈਥਸ ਆਉਂਦਾ, ਇਹਦੇ ਵਿੱਚ ਬੇਸਿਕ ਮੈਥਸ ਆਉਂਦਾ ਆ, ਅਤੇ ਉਹਦੇ ਲਈ ਤੁਸੀਂ RS ਅਗਰਵਾਲ ਕਿਤਾਬ ਆਉਂਦੀ ਹੈ, ਜਾਂ ਉਹ ਲੈ ਸਕਦੇ ਹੋ, ਜਾਂ 30 ਡੇਜ਼ ਮੈਥ ਵੰਡਰ ਆਉਂਦੀ ਹੈ। ਜੇ ਤੁਹਾਨੂੰ ਮੈਥ ਡਰ ਲੱਗਦਾ ਆ, ਮੈਥ 'ਚ ਜ਼ਿਆਦਾ ਵੀਕ ਹੋ, ਤੁਸੀਂ 30 ਡੇਜ਼ ਮੈਥ ਵੰਡਰ ਬੁੱਕ ਲੈ ਸਕਦੇ ਹੋ, ਜਲਦੀ ਹੋ ਜੂਗੀ ਤੁਹਾਡੀ ਉਹ, ਅਤੇ ਨਾਲੇ ਤੁਹਾਨੂੰ ਡਰ ਵੀ ਨਹੀਂ ਲੱਗਣੋਂ ਹਟ ਜੂਗਾ ਮੈਥਸ ਤੋਂ, ਠੀਕ ਹੈ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਮੈਂਟਲ ਐਬਿਲਿਟੀ। ਇਹਦੇ ਵਿੱਚ ਬੇਸਿਕਲੀ ਰੀਜ਼ਨਿੰਗ ਹੁੰਦੀ ਆ, ਜਿਵੇਂ ਕਿ ਤੁਸੀਂ ਪਜ਼ਲ ਕਹਿ ਲਓ, ਪਜ਼ਲ ਵਾਲੇ ਸਵਾਲ ਆਉਂਦੇ ਹੁੰਦੇ ਆ, ਜਾਂ ਫਿਰ ਇੱਦਾਂ ਦੇ ਕੁਐਸਚਨ ਆਉਂਦੇ ਰੀਜ਼ਨਿੰਗ ਦੇ ਵੀ, ਜਿਵੇਂ ਆਪਾਂ ਛੋਟੇ ਹੁੰਦੇ ਸੁਣਦੇ ਸੀ ਫਲਾਣੇ ਦਾ ਚਾਚਾ ਉਹ ਹੈ, ਫਲਾਣੇ ਦੀ ਭੂਆ ਉਹ ਹੈ, ਅਤੇ ਉਹਦਾ ਰਿਸ਼ਤਾ ਉਹਦੇ ਨਾਲ ਕੀ ਹੋਇਆ, ਇੱਦਾਂ ਦੇ ਕੁਐਸਚਨ ਆਉਂਦੇ ਨੇ। ਬਾਕੀ ਜੇ ਤੁਸੀਂ ਇਹਦੀ ਵਾਸਤੇ ਬੁੱਕ ਆ, ਉਹ RS ਅਗਰਵਾਲ ਦੀ ਬੁੱਕ ਆਉਂਦੀ ਹੈ, ਕਾਫੀ ਮੋਟੀ ਕਿਤਾਬ ਆ ਉਹ, ਅਤੇ ਉਹ ਲੈ ਸਕਦੇ ਹੋ। ਉਹਦੇ ਵਿੱਚ ਤੁਹਾਨੂੰ ਜਿਹੜੇ ਇਹਨਾਂ ਨੇ ਟੌਪਿਕ ਮੈਂਸ਼ਨ ਕੀਤੇ ਆ ਉਹ ਕਵਰ ਕਰ ਸਕਦੇ ਹੋ, ਸੌਖੀਆਂ ਹੀ ਨੇ ਉਹ। ਮੈਂਟਲ ਐਬਿਲਿਟੀ ਜਿਹੜੀ ਰੀਜ਼ਨਿੰਗ ਆ ਉਹ ਬੜਾ ਔਖਾ ਟੌਪਿਕ ਨਹੀਂ ਹੁੰਦਾ, ਸੌਖਾ ਹੀ ਹੁੰਦਾ। ਅਤੇ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜਿਹੜਾ ਸਭ ਤੋਂ ਵੱਡਾ ਪਾਰਟ ਆ, ਅਤੇ ਜਿਸ 'ਤੇ ਸਭ ਤੋਂ ਜ਼ਿਆਦਾ ਜ਼ੋਰ ਲੱਗਦਾ ਹੈ ਕਰਨ 'ਤੇ, ਉਹ ਆ ਜਨਰਲ ਨੌਲੇਜ ਅਤੇ ਕਰੰਟ ਅਫੇਅਰ। ਇਹ ਬਹੁਤ ਹੀ ਵਾਸਟ ਟੌਪਿਕ ਆ। ਦੇਖੋ ਇਹਦੇ ਵਿੱਚ ਜਨਰਲ ਨੌਲੇਜ ਦੇ ਅਵੇਅਰਨੈਸ ਵਿੱਚ ਜਿਹੜੇ ਇਹਨਾਂ ਨੇ ਟੌਪਿਕ ਲਿਖੇ ਆ ਨਾ, ਇਸ ਤੋਂ ਇਲਾਵਾ ਜਿਵੇਂ ਇਹਨਾਂ ਨੂੰ ਆਪਾਂ ਸਬਜੈਕਟ ਵਾਈਜ਼ ਕੈਟਾਗਰਾਈਜ਼ ਕਰੀਏ ਤਾਂ ਉਹ ਆ ਵੀ, ਇੱਕ ਸਬਜੈਕਟ ਹੁੰਦਾ ਹਿਸਟਰੀ, ਇੱਕ ਹੁੰਦਾ ਜੋਗਰਾਫੀ, ਫਿਰ ਪੋਲਿਟੀ, ਫਿਰ ਇਕਨੋਮਿਕਸ, ਫਿਰ ਸਾਇੰਸ, ਫਿਰ ਇਨਵਾਇਰਮੈਂਟ। ਇਹ 6 ਸਬਜੈਕਟ ਨੇ। ਇਹਦੇ ਨਾਲ ਕਰੰਟ ਅਫੇਅਰ, ਇਹ 7 ਚੀਜ਼ਾਂ ਹੋ ਗਈਆਂ ਟੋਟਲ ਜਿਹੜੀਆਂ ਤੁਸੀਂ ਇਹਦੇ ਵਿੱਚ ਕਵਰ ਕਰਨੀਆਂ, ਠੀਕ ਹੈ। ਉਹ ਇਹਨਾਂ ਨੇ ਮੋਟਾ ਮੋਟਾ ਲਿਖਤਾ, ਪਰ ਇਹ ਸੱਤੇ ਸਬਜੈਕਟਾਂ ਵਿੱਚੋਂ ਕੁਐਸਚਨ ਆਉਂਦੇ ਨੇ। ਪੁਰਾਣੇ ਪੇਪਰ ਆ ਜਿਹੜੇ ਪੰਜਾਬ ਦੇ, ਕੋਈ ਵੀ ਐਗਜ਼ਾਮ ਹੁੰਦਾ ਤਾਂ ਉਹਦੇ ਵਿੱਚ ਇਹ ਪਾਰਟ 'ਚੋਂ ਤਾਂ ਆਉਂਦੇ ਹੀ ਆਉਂਦੇ ਕੁਐਸਚਨ। ਮਤਲਬ ਇਹ ਸਭ ਤੋਂ ਜ਼ਰੂਰੀ ਪਾਰਟ ਹੈ, ਭਾਵੇਂ ਤੁਸੀਂ ਪਟਵਾਰੀ ਦਾ ਪੇਪਰ ਦੇਣਾ, ਭਾਵੇਂ ਤੁਸੀਂ ਸਬ ਇੰਸਪੈਕਟਰ ਦਾ ਪੇਪਰ ਦੇਣਾ, ਭਾਵੇਂ ਕੋਈ ਵੀ ਪੇਪਰ ਦੇਣਾ XYZ, ਉਹਦੇ ਵਿੱਚ ਇਹ ਚੀਜ਼ ਤਾਂ ਆਉਣੀ ਹੋਣੀ, ਜਨਰਲ ਅਵੇਅਰਨੈਸ ਐਂਡ ਕਰੰਟ ਅਫੇਅਰਸ, ਠੀਕ ਹੈ। ਅਤੇ ਹੁਣ ਮੇਰੀ ਗੱਲ ਸੁਣੋ, ਅੱਜ ਕੱਲ੍ਹ ਕੀ ਆ ਵੀ ਜਿਹੜੇ ਪੁਰਾਣੇ ਸਟੂਡੈਂਟ ਤਿਆਰੀ ਕਰਦੇ ਆ, ਜਾਂ ਫਿਰ ਜਿਨ੍ਹਾਂ ਨੂੰ ਬਹੁਤ ਟਾਈਮ ਹੋ ਗਿਆ ਤਿਆਰੀ ਕਰਦੇ ਆ, ਜਿਹੜੇ ਟੀਚ ਵੀ ਕਰਦੇ ਆ, ਮੈਂ ਵੀ ਰੈਫਰ ਕਰਦਾ ਹੁੰਦਾ ਵੀ ਜੇ ਤੁਹਾਡੇ ਕੋਲ ਟਾਈਮ ਘੱਟ ਆ ਤਾਂ ਅਰੀਹੰਤ ਅਤੇ ਲਿਊਸੈਂਟ ਦੀ ਕਿਤਾਬ ਆਉਂਦੀ ਆ। ਅਰੀਹੰਤ ਅਤੇ ਲਿਊਸੈਂਟ ਦੀ ਕਿਤਾਬ ਇਸ ਟਾਈਮ ਮੇਰੇ ਕੋਲ ਹੈਗੀ ਆ, ਆਹ ਕਿਤਾਬ ਆ ਛੋਟੀ ਜੀ। ਇਸ ਟਾਈਮ ਹੁਣ ਮੇਰੇ ਕੋਲ 2019 ਵਾਲਾ ਐਡੀਸ਼ਨ ਆ, 2021 ਵਾਲਾ ਆ ਗਿਆ ਹੋਣਾ, 22 ਵਾਲਾ ਹੋ ਗਿਆ ਹੋਣਾ, 1 ਸਾਲ ਪਹਿਲਾਂ ਕੱਢ ਦਿੰਦੇ ਆ ਇਹ, ਤਾਂ 22 ਵਾਲਾ ਐਡੀਸ਼ਨ ਮੇਰੇ ਖਿਆਲ 'ਚ ਆ ਗਿਆ ਹੋਣਾ, ਅਤੇ ਸ਼ਾਇਦ ਥੋੜ੍ਹੀ ਜਿਹੀ ਮੋਟੀ ਕੀਤੀ ਹੋਣੀ ਕਿਤਾਬ, ਨਵੀਂ ਚੀਜ਼ਾਂ ਐਡ ਕਰ ਦਿੰਦੇ ਆ। ਇਹ ਲਿਊਸੈਂਟ ਦੀ ਕਿਤਾਬ ਆ, ਪਹਿਲਾ ਪੇਜ ਮੇਰਾ ਫਟਿਆ ਹੋਇਆ, ਅਤੇ ਇਹਦਾ ਵੀ ਨਵਾਂ ਐਡੀਸ਼ਨ ਆ ਗਿਆ ਹੋਣਾ, ਉਹ ਕਾਫੀ ਇਸ ਤੋਂ ਮੋਟੀ ਕਰਤੀ ਇਹਨਾਂ ਨੇ। ਦੇਖੋ ਹੁਣ ਮੈਂ ਤੁਹਾਨੂੰ ਦੱਸਦਾ ਵੀ ਇਹ ਕਿਤਾਬਾਂ ਪੜ੍ਹਨ ਦਾ ਤੁਹਾਨੂੰ ਕੀ ਨੁਕਸਾਨ ਹੋ ਸਕਦਾ ਅਤੇ ਕੀ ਫਾਇਦਾ ਹੋ ਸਕਦਾ। ਫਾਇਦਾ ਤਾਂ ਇਹਦਾ ਇਹ ਆ ਕਿ ਇਹਦੇ ਵਿੱਚ ਜਿਹੜੀਆਂ ਚੀਜ਼ਾਂ ਲਿਖੀਆਂ ਹੁੰਦੀਆਂ ਉਹ ਸਿਰਫ ਤੁਹਾਨੂੰ ਰੱਟੇ ਮਾਰਨੇ ਹੁੰਦੇ ਆ, ਠੀਕ ਹੈ। ਹਿਸਟਰੀ ਹੋ ਗਈ, ਹੁਣ ਤੁਹਾਨੂੰ ਮੈਂ ਪਹਿਲਾਂ ਦੱਸਦਾ ਥੋੜ੍ਹੇ ਸਬਜੈਕਟਾਂ ਬਾਰੇ। ਹਿਸਟਰੀ ਹੈ ਜਿਹੜੀ, ਉਹਦੇ 3 ਪਾਰਟ ਹੁੰਦੇ ਆ। ਇੱਕ ਹੁੰਦੀ ਹੈ ਏਸ਼ੀਅੰਟ ਹਿਸਟਰੀ, ਇੱਕ ਹੁੰਦੀ ਹੈ ਮਿਡੀਵਲ ਹਿਸਟਰੀ, ਇੱਕ ਹੁੰਦੀ ਹੈ ਮਾਡਰਨ ਹਿਸਟਰੀ। ਏਸ਼ੀਅੰਟ ਹਿਸਟਰੀ ਵਿੱਚ ਤਾਂ ਤੁਸੀਂ ਜਿਵੇਂ ਆਰੀਅਨਸ ਬਾਰੇ ਸੁਣਿਆ ਹੋਊਗਾ ਨਾ, ਫਿਲਮਾਂ ਵਿੱਚ ਵੀ ਆਉਂਦਾ। ਆਰੀਅਨਸ ਹੋ ਗਏ, ਅਤੇ ਹੜੱਪਾ ਇੱਕ ਸਿਵਲਾਈਜੇਸ਼ਨ ਸੀਗੀ। ਹੁਣ ਜਿਹੜੇ ਨਵੇਂ ਜਿਨ੍ਹਾਂ ਨੇ ਕਦੇ ਸੁਣਿਆ ਨਹੀਂ, ਸ਼ਾਇਦ ਉਹਨਾਂ ਨੂੰ ਨਾ ਪਤਾ ਹੋਵੇ, ਤਾਂ ਆਪਾਂ ਇਹ 'ਚ ਜਾਣਦੇ ਹਾਂ ਵੀ ਮਨੁੱਖ ਨੇ ਕਿਵੇਂ ਸਾਰਾ ਕੁਛ ਕਰਨਾ ਸਿੱਖਿਆ, ਕਿਵੇਂ ਆਪਣੇ ਥਾਲਾਂ ਥੂਲਾਂ ਬਣੀਆਂ, ਕਿਵੇਂ ਪੁਰਾਣੇ ਸਮੇਂ 'ਚ ਕਿਵੇਂ ਜਿਹੜਾ ਜੀਵਨ ਚੱਲਦਾ ਸੀਗਾ, ਉਦੋਂ ਬੰਦੇ ਕਿੱਡੇ ਵੱਡੇ ਵੱਡੇ ਹੁੰਦੇ ਸੀਗੇ। ਇਹ ਸਾਰੀ ਚੀਜ਼ਾਂ, ਇੱਦਾਂ ਦੀਆਂ ਚੀਜ਼ਾਂ ਆਪਾਂ ਉਹਦੇ ਵਿੱਚ ਕਵਰ ਕਰਦੇ ਹਾਂ, ਠੀਕ ਹੈ। 3000 BC ਦੀ ਟਾਈਮ ਤੋਂ ਸ਼ੁਰੂ ਹੁੰਦੀ ਆ ਉਹ, ਅਤੇ 500 600 1000 AD ਤੱਕ ਚੱਲਦੀ ਆ ਏਸ਼ੀਅਨ ਇੰਡੀਆ। ਫਿਰ ਉਸ ਤੋਂ ਬਾਅਦ ਆਉਂਦੀ ਹੈ ਮਿਡੀਵਲ ਇੰਡੀਆ। ਮਿਡੀਵਲ ਇੰਡੀਆ 'ਚ ਆਪਾਂ ਕਰਦੇ ਹਾਂ ਵੀ ਜਿਹੜੇ ਮੁਸਲਮਾਨ ਮੁਗਲ ਆ, ਅਤੇ ਉਹ ਜਿਹੜੇ ਮੁਗਲ ਅਤੇ ਇੰਡੀਅਨ ਸਲਤਨਤ ਜਿਹੜੀਆਂ ਚੱਲਦੀਆਂ, ਉਹ ਆਪਾਂ ਪੜ੍ਹਦੇ ਹਾਂ ਉਹਦੇ ਵਿੱਚ ਵੀ ਕਿਵੇਂ ਮੁਗਲ ਆਏ ਅਤੇ ਕਿਵੇਂ ਤੁਰਕੀ ਆਉਂਦੇ ਸੀ, ਅਟੈਕ ਕਰਦੇ ਸੀ, ਅਹਿਮਦ ਸ਼ਾਹ ਅਬਦਾਲੀ, ਨਾਦਰ ਸ਼ਾਹ, ਇਹ ਸਾਰੇ ਅਟੈਕ ਕਰਦੇ ਸੀਗੇ। ਤਾਂ ਇਹ ਸਾਰਾ ਆਪਾਂ ਪੜ੍ਹਦੇ ਹਾਂ ਵੀ ਕਦੋਂ ਕਿਵੇਂ ਉਹਨਾਂ ਦਾ ਸ਼ਾਸਨ ਜਿਹੜਾ ਇੱਥੇ ਚੱਲਿਆ, ਕਿਵੇਂ ਕਿਵੇਂ ਸਲਤਨਤਾਂ ਬਣੀਆਂ, ਅਤੇ ਇਹ ਸਾਰਾ ਕੁਛ ਮਿਡੀਵਲ ਇੰਡੀਆ 'ਚ ਆਉਂਦਾ। ਫਿਰ ਉਸ ਤੋਂ ਬਾਅਦ ਆਉਂਦੀ ਆ ਮਾਡਰਨ ਇੰਡੀਆ। ਮਾਡਰਨ ਇੰਡੀਆ 'ਚ ਆਪਾਂ ਪੜ੍ਹਦੇ ਹਾਂ ਵੀ ਕਿਵੇਂ ਅੰਗਰੇਜ਼ ਆ ਜਿਹੜੇ ਉਹ ਹਿੰਦੁਸਤਾਨ 'ਚ ਆਏ ਸੀਗੇ, ਅਤੇ ਕਿਵੇਂ ਆਪਣੇ ਜਿਹੜੇ ਫਰੀਡਮ ਫਾਈਟਰ ਨੇ ਉਹ ਲੜੇ ਉਹਨਾਂ ਨਾਲ, ਅਤੇ ਕਿਵੇਂ ਆਪਾਂ ਨੂੰ ਆਜ਼ਾਦੀ ਮਿਲੀ। ਇਹ ਸਾਰਾ ਕੁਛ ਆਪਾਂ ਪੜ੍ਹਦੇ ਮਾਡਰਨ ਇੰਡੀਆ 'ਚ। ਮੈਂ ਤੁਹਾਨੂੰ ਮੋਟਾ ਮੋਟਾ ਦੱਸ ਰਿਹਾ, ਬਹੁਤ ਡਿਟੇਲ ਵਿੱਚ ਚੀਜ਼ਾਂ ਨੇ ਇਹ, ਠੀਕ ਹੈ। ਅਤੇ ਹੁਣ ਜਿਵੇਂ ਆਹ ਤੁਸੀਂ ਕਿਤਾਬਾਂ ਚੱਕੋਗੇ, ਇਹਦੇ ਵਿੱਚ ਸਿੱਧਾ ਕੁਛ ਲਿਖਿਆ ਹੋਇਆ ਵੀ ਜਿਵੇਂ ਗਾਂਧੀ ਜੀ ਨੇ ਆਹ ਚੀਜ਼ ਕੀਤੀ, ਭਗਤ ਸਿੰਘ ਜੀ ਨੇ ਆਹ ਚੀਜ਼ ਕੀਤੀ, ਤੁਹਾਨੂੰ ਸਮਝ ਨਹੀਂ ਆਉਣੀ ਇਹ ਕਹਾਣੀਆਂ ਜਿਵੇਂ ਪਿੱਛੇ ਕਹਾਣੀ ਕਿਸੇ ਚੀਜ਼ਾਂ ਕਿਉਂ ਹੋਈਆਂ, ਠੀਕ ਹੈ। ਤੁਹਾਨੂੰ ਬਸ ਸਮਝ ਨਹੀਂ ਆਉਣੀ, ਰੱਟੇ ਮਾਰੋਗੇ ਆਹ ਚੀਜ਼ ਐਂ ਸੀ ਐਂ ਸੀ ਐਂ ਸੀ, ਠੀਕ ਹੈ। ਇਹ ਹੋ ਗਈ ਹਿਸਟਰੀ ਦੀ ਗੱਲ। ਫਿਰ ਆਪਾਂ ਗੱਲ ਕਰਦੇ ਹਾਂ ਜੋਗਰਾਫੀ ਦੀ। ਹੁਣ ਜੋਗਰਾਫੀ ਵਿੱਚ ਵੀ ਇਹੋ ਜਿਹਾ ਸਬਜੈਕਟ ਆ ਜਿਹਦੇ 'ਚ ਤੁਹਾਨੂੰ ਜੇ ਕੰਸੈਪਟ ਨਾ ਪਤਾ ਹੋਏ, ਜਿਵੇਂ ਹੁਣ ਤੁਹਾਨੂੰ ਇਹ ਨਹੀਂ ਪਤਾ ਵੀ ਮੀਂਹ ਜਿਹੜਾ ਉਹ ਕਿਵੇਂ, ਮਤਲਬ ਆਪਣੇ ਇੰਡੀਆ ਵਿੱਚ ਕਿੱਦਾਂ ਦਾ ਮੀਂਹ ਪੈਂਦਾ, ਵੀ ਮਾਨਸੂਨ ਟਾਈਪ ਕਲਾਈਮੇਟ ਆ ਆਪਣਾ, ਵੀ ਮਾਨਸੂਨ ਕੀ ਹੁੰਦਾ ਤੁਹਾਨੂੰ ਇਹ ਨਹੀਂ ਪਤਾ, ਤਾਂ ਤੁਸੀਂ
ਸਿਰਫ ਰੱਟਾ ਮਾਰ ਲਓਗੇ ਵੀ ਆਪਣੇ ਮਾਨਸੂਨ ਟਾਈਪ ਆਫ ਕਲਾਈਮੇਟ, ਜੇ ਉਹਨਾਂ ਨੂੰ ਥੋੜ੍ਹਾ ਜਿਹਾ ਕਨਸੈਪਟ ਵਾਲਾ ਕੁਐਸਚਨ ਪਤਾ ਵੀ ਮਾਨਸੂਨ ਕਿਵੇਂ ਆਪਣੇ ਆਉਂਦਾ ਆ, ਵੀ ਆਪਣੇ ਇੰਡੀਆ ਵਿੱਚ ਦੋ ਤਰ੍ਹਾਂ ਦੀ ਜਿਹੜੀ ਆਉਂਦੀਆਂ ਹਵਾਵਾਂ ਆਉਂਦੀਆਂ, ਇੱਕ ਤਾਂ ਅਰੇਬੀਅਨ ਸੀ ਚੋਂ ਚੱਲਦੀ ਆ, ਇੱਕ ਚੱਲਦੀ ਬੇ ਆਫ ਬੰਗਾਲ ਚੋਂ, ਠੀਕ ਹੈ। ਤਾਂ ਉਹ ਤੁਹਾਨੂੰ ਪਤਾ ਨਹੀਂ ਲੱਗਣਾ ਫਿਰ ਇੰਨਾ ਡਿਟੇਲ ਵਿੱਚ, ਇਹਦੇ ਵਿੱਚ ਤਾਂ ਸਿਰਫ ਰੱਟੇ ਵਾਲਾ ਕੰਮ ਆ। ਇਹ ਇੱਕ ਨਿੱਕਾ ਜਿਹਾ ਤੁਹਾਨੂੰ ਮੈਂ ਐਗਜ਼ਾਮਪਲ ਲੈ ਕੇ ਦੱਸਿਆ, ਹੋਰ ਵੀ ਬਹੁਤ ਚੀਜ਼ਾਂ ਨੇ ਜੀਓਗ੍ਰਾਫੀ ਵਿੱਚ ਜਿਹੜੀਆਂ ਕਨਸੈਪਟ ਨਾਲ ਚੱਲਦੀਆਂ ਨੇ, ਅਤੇ ਉਹ ਤੁਸੀਂ ਰੱਟੇ ਨਾਲ ਤੁਹਾਨੂੰ ਗੱਲ ਨਹੀਂ ਬਣਨੀ। ਫਿਰ ਆ ਗਿਆ ਸਬਜੈਕਟ ਜਿਵੇਂ ਪੋਲਿਟੀ ਆ, ਪੋਲਿਟੀ ਮੈਂ ਮੰਨ ਸਕਦਾ ਵੀ ਤੁਸੀਂ ਇਹਦੇ ਵਿੱਚੋਂ ਕਵਰ ਕਰ ਲਓਗੇ, ਪੋਲਿਟੀ ਵਿੱਚ ਜ਼ਿਆਦਾ ਚੀਜ਼ਾਂ ਯਾਦ ਕਰਨ ਵਾਲੀਆਂ, ਕਨਸੈਪਟ ਵਾਲੀ ਚੀਜ਼ਾਂ ਘੱਟ ਨੇ। ਉਹਦੇ ਵਿੱਚ ਹੁੰਦਾ ਆ ਵੀ ਆਪਾਂ ਪੜ੍ਹਦੇ ਹਾਂ ਵੀ ਕਿਵੇਂ ਆਪਣੇ ਜਿਹੜੇ ਵਿਧਾਨ ਸਭਾ ਆ, ਠੀਕ ਹੈ, ਰਾਜ ਸਭਾ, ਲੋਕ ਸਭਾ, ਇਹਦੇ ਵਿੱਚ ਜਿਹੜੇ ਆਪਣੇ ਮਿਨਿਸਟਰ ਨੇ ਉਹ ਕਿਵੇਂ ਚੁਣੇ ਜਾਂਦੇ ਨੇ, ਕਿਵੇਂ ਆਪਣੇ ਜਿਹੜੇ ਮੈਂਬਰ ਆਫ ਪਾਰਲੀਮੈਂਟ ਉਹ ਚੁਣੇ ਜਾਂਦੇ ਆ, ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ ਆ, ਵਿਧਾਨ ਸਭਾ ਦੇ ਮੈਂਬਰ ਉਹ ਕਿਵੇਂ ਚੁਣੇ ਜਾਂਦੇ ਆ। ਇਹ ਮਾੜਾ ਮੋਟਾ ਉੱਤੋਂ ਤਾਂ ਦੱਸ ਰਿਹਾ ਤੁਹਾਨੂੰ ਮੈਂ, ਸਾਰਾ ਕੁਝ ਸੰਵਿਧਾਨ ਬਾਰੇ ਪੜ੍ਹਦੇ ਹਾਂ ਕਿ ਆਪਣਾ ਸੰਵਿਧਾਨ ਕੀ ਕਹਿੰਦਾ ਆ, ਸੰਵਿਧਾਨ 'ਚ ਕਿੰਨੇ ਆਰਟੀਕਲ ਨੇ, ਸੰਵਿਧਾਨ ਕਿਵੇਂ ਬਣਿਆ ਸੀਗਾ। ਅਤੇ ਇਹ ਚੀਜ਼ਾਂ ਵੀ ਜਿਹੜੀਆਂ ਅਰਿਹੰਤ ਅਤੇ ਲਿਊਸੈਂਟ, ਇਹਦੇ ਵਿੱਚ ਸਿਰਫ ਰੱਟੇ ਵਾਲਾ ਕੰਮ ਹੈ। ਆਹ ਚੀਜ਼ ਐਂ ਹੋ ਗਈ, ਆਹ ਐਂ ਹੋ ਗਈ, ਐਂ ਹੋ ਗਈ, ਤੁਹਾਨੂੰ ਕਹਾਣੀ ਨਹੀਂ ਦੱਸਦੇ ਉਹ ਵੀ ਕਿਵੇਂ ਕਿਹੜੀ ਚੀਜ਼ਾਂ ਕਿਵੇਂ ਹੋਈਆਂ ਸੀਗੀਆਂ। ਉਹ ਜਿਹੜੀਆਂ ਕਹਾਣੀਆਂ ਉਹ ਪੜ੍ਹਨ ਲਈ ਤੁਹਾਨੂੰ ਮੋਟੀਆਂ ਕਿਤਾਬਾਂ, ਬੇਸਿਕ ਕਿਤਾਬਾਂ ਪੜ੍ਹਨੀਆਂ ਪੈਂਦੀਆਂ ਆ। ਜਿਵੇਂ ਕਿ ਹੁਣ ਮੈਂ ਤੁਹਾਨੂੰ ਦੱਸਦਾ ਵੀ ਜਿਹੜੀ ਸੰਵਿਧਾਨ ਵਾਲੀ ਕਿਤਾਬ ਆ, ਇੰਡੀਅਨ ਪੋਲਿਟੀ ਆ, ਉਹ ਲਕਸ਼ਮੀਕਾਂਤ ਆ, ਠੀਕ ਆ, ਐਡੀ ਮੋਟੀ ਕਿਤਾਬ, ਅਤੇ ਇਹ ਸਾਰੀ ਪੜ੍ਹ ਕੇ ਫਿਰ ਤੁਹਾਨੂੰ ਪਤਾ ਲੱਗਦਾ ਵੀ ਨਿਚੋੜ ਕੀ ਹੈ ਸੰਵਿਧਾਨ ਦਾ, ਅਤੇ ਬਾਕੀ ਸਾਰੀ ਚੀਜ਼ਾਂ ਜਿਹੜੀਆਂ ਹੁਣ ਮੈਂ ਤੁਹਾਨੂੰ ਦੱਸੀਆਂ ਪੋਲਿਟੀ ਵਾਲੀਆਂ, ਫਿਰ ਤੁਹਾਨੂੰ ਪਤਾ ਲੱਗਦਾ। ਜਿਹੜੇ ਬੱਚੇ ਸਿੰਸੀਅਰਲੀ ਤਿਆਰੀ ਕਰਦੇ ਆ, ਜਿਨ੍ਹਾਂ ਨੂੰ ਥੋੜ੍ਹਾ ਟਾਈਮ ਹੋ ਗਿਆ, ਲਗਭਗ ਸਾਲ 8-9 ਮਹੀਨੇ ਹੋ ਗਏ, ਉਹਨਾਂ ਨੇ ਇਹ ਕਿਤਾਬਾਂ ਪੜ੍ਹੀਆਂ ਹੁੰਦੀਆਂ, ਠੀਕ ਆ, ਅਤੇ ਉਹਨਾਂ ਦੇ ਕੰਸੈਪਟ ਤਾਂ ਜਾ ਕਰਕੇ ਜ਼ਿਆਦਾ ਕਲੀਅਰ ਹੁੰਦੇ ਆ ਪੇਪਰ 'ਚੋਂ, ਤਾਂ ਕਰਕੇ ਜ਼ਿਆਦਾ ਔਖੇ ਨਹੀਂ ਹੁੰਦੇ, ਠੀਕ ਆ। ਉਹਨਾਂ ਨੂੰ ਪਤਾ ਹੁੰਦਾ ਵੀ ਕਿਵੇਂ ਕਿਹੜੀ ਕਹਾਣੀ ਕਿੱਥੇ ਚੱਲ ਰਹੀ ਹੈ। ਫਿਰ ਉਸ ਤੋਂ ਬਾਅਦ ਹੁਣ ਆਪਾਂ ਗੱਲ ਕਰਦੇ ਹਾਂ ਇਕਨੋਮਿਕਸ ਦੀ। ਇਕਨੋਮਿਕਸ ਤਾਂ ਇਹੋ ਜਿਹਾ ਸਬਜੈਕਟ ਆ, ਜੇ ਤੁਸੀਂ ਪਹਿਲਾਂ ਨਹੀਂ ਪੜ੍ਹਿਆ ਅਤੇ ਜੇ ਤੁਹਾਡੇ ਫੰਡੇ ਨਹੀਂ ਕਲੀਅਰ ਇਕਨੋਮਿਕਸ ਦੇ, ਤਾਂ ਤੁਹਾਨੂੰ ਕੁਛ ਨਹੀਂ ਪਤਾ ਲੱਗਣਾ ਵੀ ਕੀ ਚੱਲ ਰਿਹਾ ਹੈ, ਲਿਊਸੈਂਟ ਰਿਸਰਚ, ਰੈਪੋ ਰੇਟ ਕੀ ਹੈ, ਕੋਈ ਤੁਹਾਨੂੰ ਪਤਾ ਲੱਗਣਾ ਨਹੀਂ, ਉੱਤੋਂ ਲੰਘ ਨਹੀਂ ਤੁਹਾਡੇ ਦਿਮਾਗ ਤੋਂ ਗੱਲ। ਤਾਂ ਤੁਹਾਨੂੰ ਇਕਨੋਮਿਕਸ ਕਰਨ ਲਈ ਤਾਂ ਕੋਈ ਮੈਂਟਰ, ਕੋਈ ਗਾਈਡ ਜ਼ਰੂਰ ਚਾਹੀਦਾ ਆ, ਜਿਹੜਾ ਤੁਹਾਨੂੰ ਸਮਝਾ ਸਕੇ ਇਕਨੋਮਿਕਸ ਦੇ ਫੰਡੇ, ਠੀਕ ਆ। ਇਕਨੋਮਿਕਸ ਤਾਂ ਤੁਸੀਂ ਪੜ੍ਹ ਕੇ ਕਿਤੋਂ ਕਰ ਹੀ ਨਹੀਂ ਸਕਦੇ, ਜਾਂ ਤੁਹਾਨੂੰ YouTube 'ਤੇ ਵੀਡੀਓ ਦੇਖਣੀਆਂ ਪੈਣਗੀਆਂ, ਜਾਂ ਤੁਹਾਨੂੰ ਕੋਈ ਟੀਚਰ ਚਾਹੀਦਾ ਵੀ ਤੁਹਾਨੂੰ ਸਮਝਾ ਦੇਵੇ, ਜੇ ਤੁਸੀਂ ਇਕਨੋਮਿਕਸ ਪਹਿਲਾਂ ਨਹੀਂ ਪੜ੍ਹੀ। ਅਤੇ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਸਾਇੰਸ ਦੀ। ਸਾਇੰਸ ਵਿੱਚ ਵੀ ਹੁਣ 3 ਚੀਜ਼ਾਂ ਨੇ, ਫਿਜ਼ਿਕਸ ਹੈ, ਕੈਮਿਸਟਰੀ ਆ ਅਤੇ ਬਾਇਓ ਆ, ਠੀਕ ਆ। ਸਾਇੰਸ ਵਿੱਚ ਵੀ ਜਿਹੜੇ ਫਿਜ਼ਿਕਸ ਅਤੇ ਕੈਮਿਸਟਰੀ, ਉਹਦੇ ਵਿੱਚ ਕਾਫੀ ਜ਼ਿਆਦਾ ਫੰਡੇ ਲੱਗਦੇ ਨੇ। ਹੁਣ ਜਿਵੇਂ ਮੈਂ ਤੁਹਾਨੂੰ ਐਗਜ਼ਾਮਪਲ ਦੇ ਤੌਰ 'ਤੇ ਦੱਸਦਾ, ਆਹ ਜਿਹੜੀ ਲਿਊਸੈਂਟ ਵਾਲੀ ਕਿਤਾਬ ਆ ਜਾਂ ਫਿਰ ਅਰਿਹੰਤ ਵਾਲੀ ਕਿਤਾਬ ਹੈ, ਇਹਨਾਂ ਵਿੱਚ ਜਿਵੇਂ ਆਪਾਂ ਰੇਨਬੋ ਹੁੰਦਾ ਨਾ, ਇੰਦਰਧਨੁਸ਼, ਉਹਦੇ ਬਾਰੇ ਦੱਸਿਆ ਹੋਇਆ ਵੀ ਇੰਦਰਧਨੁਸ਼ ਕਦੋਂ ਬਣਦਾ, ਜਦੋਂ 2 ਰਿਫਰੈਕਸ਼ਨ ਹੁੰਦੀਆਂ ਅਤੇ ਇੱਕ ਟੋਟਲ ਇੰਟਰਨਲ ਰਿਫਲੈਕਸ਼ਨ ਹੁੰਦੀ ਆ। ਹੁਣ ਤੁਹਾਨੂੰ ਇਹ ਨਹੀਂ ਪਤਾ ਵੀ ਰਿਫਰੈਕਸ਼ਨ ਕੀ ਹੁੰਦੀ ਹੈ ਅਤੇ ਟੋਟਲ ਇੰਟਰਨਲ ਰਿਫਲੈਕਸ਼ਨ ਕੀ ਹੁੰਦੀ ਹੈ, ਤੁਸੀਂ ਰੱਟਾ ਹੀ ਮਾਰੋਗੇ ਵੀ 2 ਆਹ ਹੁੰਦੀ ਹੈ, ਇੱਕ ਆਹ ਹੁੰਦੀ ਹੈ, ਜੇ ਤੁਹਾਨੂੰ ਸਮਝ ਨਹੀਂ ਆਉਣੀ ਗੱਲ। ਫਿਰ ਜੇ ਤੁਸੀਂ ਰਿਫਰੈਕਸ਼ਨ ਵੀ ਪੜ੍ਹੋਗੇ ਉਹਦੇ ਵਿੱਚ ਇਹ ਲਿਖਿਆ ਵੀ ਜਦੋਂ ਇੱਕ ਰੇ ਹੈ ਜਿਹੜੀ ਲਾਈਟ ਦੀ, ਉਹ ਇੱਕ ਮੀਡੀਅਮ ਤੋਂ ਦੂਜੀ ਮੀਡੀਅਮ 'ਚ ਜਾਂਦੀ ਹੈ ਅਤੇ ਡੈਵੀਏਟ ਹੋ ਜਾਂਦੀ ਆ, ਤਾਂ ਉਹਨੂੰ ਰਿਫਰੈਕਸ਼ਨ ਕਹਿੰਦੇ ਆ। ਹੁਣ ਜਿਹਨੇ ਪਹਿਲਾਂ ਕਦੇ ਸਾਇੰਸ ਪੜ੍ਹੀ ਹੀ ਨਹੀਂ, ਜਿਹਨੂੰ ਪਤਾ ਹੀ ਨਹੀਂ ਮੀਡੀਅਮ ਕਿਹੜੇ ਦੀ ਗੱਲ ਕਰ ਰਿਹਾ ਹੈ, ਅਤੇ ਲਾਈਟ ਕਿਵੇਂ ਡੈਵੀਏਟ ਦਾ ਕੀ ਮਤਲਬ ਹੁੰਦਾ ਵੀ ਕਿਵੇਂ ਡੈਵੀਏਟ ਹੋ ਗਈ, ਜਿਹੜੇ BA ਦੇ ਸਟੂਡੈਂਟ ਨੇ, ਜਿਨ੍ਹਾਂ ਨੇ ਕਦੇ ਪਹਿਲਾਂ ਸਾਇੰਸ ਪੜ੍ਹੀ ਨਹੀਂ, ਉਹਨਾਂ ਨੂੰ ਕੋਈ ਸਮਝ ਲੱਗਣਾ ਨਹੀਂ, ਜੋ ਰੱਟੇ ਵਾਲਾ ਕੰਮ ਹੋ ਜਾਣਾ ਵੀ ਰੱਟੇ ਮਾਰ ਲਓ, ਠੀਕ ਆ। ਇਸ ਲਈ ਤੁਹਾਨੂੰ ਇਹ ਸਬਜੈਕਟ ਸਾਇੰਸ ਵੀ ਕਰਨ ਲਈ ਮੈਂਟਰ ਦੀ ਲੋੜ ਪੈਣੀ ਆ, ਕਿਸੇ ਗਾਈਡ ਦੀ ਲੋੜ ਪੈਣੀ ਹੈ, ਕਿਸੇ ਟੀਚਰ ਦੀ ਜਾਂ ਟਿਊਸ਼ਨ ਦੀ ਲੋੜ ਪੈਣੀ ਆ, ਜਾਂ ਫਿਰ YouTube ਤੋਂ ਪੜ੍ਹਨ ਦੀ ਲੋੜ ਪੈਣੀ ਆ। ਖੁਦ ਨਹੀਂ ਕਰ ਪਾਓਗੇ, ਤੁਸੀਂ ਪਹਿਲਾਂ ਨਹੀਂ ਕਦੇ ਪੜ੍ਹੀ, ਰੱਟੇ ਨਹੀਂ ਵੱਜਣੇ ਇਹਨੂੰ, ਠੀਕ ਆ। ਰੱਟੇ ਮਾਰਨ ਨਾਲ ਕੀ ਹੁੰਦਾ ਆ, ਤੁਸੀਂ ਜੇ ਇੱਕ ਚੀਜ਼ ਪੜ੍ਹਨੀ ਆ, ਇਹਦੇ ਵਿੱਚ ਬਹੁਤ ਚੀਜ਼ਾਂ ਨੇ, ਮਤਲਬ ਸਾਰਾ ਕੁਝ ਹੀ ਰੱਟੇ ਵਾਲਾ ਕੰਮ ਆ, ਤਾਂ ਤੁਸੀਂ ਰੱਟਾ ਮਾਰੋਗੇ ਇੱਕ ਚੀਜ਼ ਨੂੰ, ਉਹਨੂੰ 4-5-6 ਵਾਰੀ ਪੜ੍ਹੋਗੇ, ਫਿਰ ਜਾ ਕੇ ਤੁਹਾਡਾ ਰੱਟਾ ਜਿਹੜਾ ਉਹ ਤੁਹਾਨੂੰ ਯਾਦ ਰਹੂਗਾ। ਪਰ ਜਿਹੜੀ ਚੀਜ਼ ਸਮਝਣ ਵਾਲੀ ਹੈ, ਤੁਸੀਂ ਇੱਕ ਵਾਰੀ ਸਮਝ ਲਈ ਵੀ ਇੱਦਾਂ ਕਰਕੇ ਇੰਦਰਧਨੁਸ਼ ਬਣਦਾ ਜੀ, ਫਿਰ ਤੁਸੀਂ ਉਹਨੂੰ ਕਦੇ ਭੁੱਲੋਗੇ ਨਹੀਂ। ਇੱਕ ਵਾਰੀ ਦੁਬਾਰਾ ਰਿਵਾਈਜ਼ ਕਰ ਲਓਗੇ, ਤੁਹਾਡੀ ਪੱਕੀ ਹੋ ਜਾਣੀ ਚੀਜ਼ ਵੀ ਹਾਂ ਐਂ ਕਰਕੇ ਆਹ ਕੰਸੈਪਟ ਆ, ਇੱਦਾਂ ਰੇਨਬੋ ਬਣਦਾ ਹੈ, ਠੀਕ ਆ। ਤਾਂ ਮੈਂ ਹਮੇਸ਼ਾ ਫੋਕਸ ਦਿੰਦਾ ਹੁੰਦਾ ਵੀ ਤੁਸੀਂ ਕੋਰ ਕਿਤਾਬਾਂ ਪੜ੍ਹੋ, ਬੇਸਿਕ ਕਿਤਾਬਾਂ ਪੜ੍ਹੋ, ਜਿਹੜੇ ਤੁਹਾਡੇ ਦਿਮਾਗ ਖੋਲ੍ਹਣ। ਸਿਰਫ ਇਸ ਲਈ ਨਹੀਂ ਪੜ੍ਹਨਾ ਕਿ ਨੌਕਰੀ ਲੈਣੀ ਆ, ਇਸ ਲਈ ਵੀ ਪੜ੍ਹਨਾ ਆ ਕਿ ਤੁਹਾਨੂੰ ਪਤਾ ਹੋਵੇ ਚੀਜ਼ਾਂ। ਐਵੇਂ ਤੁਸੀਂ ਘੁੱਗੇ ਬਣ ਕੇ ਨਾ ਚੱਲ ਜਾਓ ਵੀ ਰੱਟੇ ਮਾਰ ਕੇ ਚੱਲ ਜਾਓ, ਬਾਅਦ 'ਚ ਤੁਹਾਨੂੰ ਆਪ ਨੂੰ ਐਂ ਫੀਲ ਹੋਊਗਾ ਵੀ ਯਾਰ ਮੈਨੂੰ ਕੁਝ ਆਉਂਦਾ ਤਾਂ ਨਹੀਂ, ਰੱਟੇ ਮਾਰ ਕੇ ਨੌਕਰੀ ਲੈ ਲਈ ਮੈਂ। ਬੰਦੇ ਨੂੰ ਆਪ ਨੂੰ ਤਾਂ ਪਤਾ ਹੀ ਹੁੰਦਾ ਨਾ ਵੀ ਮੈਂ ਅੰਦਰ ਵੀ ਮੈਂ ਕੀ ਕੁਝ ਕਰ ਰਿਹਾ ਕੀ ਨਹੀਂ। ਤੁਹਾਨੂੰ ਬੇਸਿਕ ਚੀਜ਼ਾਂ ਪਤਾ ਹੋਣੀ ਚਾਹੀਦੀਆਂ, ਜ਼ਿੰਦਗੀ ਜੀਣ ਲਈ ਵੀ ਚੀਜ਼ਾਂ ਪਤਾ ਹੋਣੀ ਚਾਹੀਦੀਆਂ ਵੀ ਆਹ ਚੀਜ਼ ਐਂ ਹੁੰਦੀ ਹੈ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਸਾਇੰਸ ਦੀ, ਗੱਲ ਇਨਵਾਇਰਮੈਂਟ ਵੀ ਇੱਦਾਂ ਦਾ ਟੌਪਿਕ ਆ ਵੀ ਜੇ ਤੁਸੀਂ ਫੰਡੇ ਨਾਲ ਰਿਲੇਟਡ ਆ, ਥੋੜ੍ਹੀ ਚੀਜ਼ਾਂ ਤਾਂ ਹਰੇਕ ਸਬਜੈਕਟ 'ਚ ਰੱਟੇ ਵਾਲੀਆਂ ਹੁੰਦੀਆਂ ਆ, ਹਰੇਕ ਸਬਜੈਕਟ ਥੋੜ੍ਹਾ ਬਹੁਤਾ ਰੱਟਾ ਮਾਰਨਾ ਹੀ ਪੈਂਦਾ। ਪਰ ਇਨਵਾਇਰਮੈਂਟ ਵੀ ਕਾਫੀ ਬੇਸਿਕ ਜਿਹੜਾ ਕੰਸੈਪਟ ਵਾਲਾ ਸਬਜੈਕਟ ਆ, ਤੁਹਾਨੂੰ ਪਤਾ ਹੋਣਾ ਚਾਹੀਦਾ। ਇਕੋਲੋਜੀ ਕੀ ਹੁੰਦੀ ਹੈ, ਇਕੋਸਿਸਟਮ ਕੀ ਹੁੰਦਾ, ਇਹ ਕੰਸੈਪਟ ਜੇ ਨੇ, ਇਹ ਤੁਹਾਨੂੰ ਰੱਟੇ ਮਾਰਨ ਨਾਲ, ਬਸ ਰੱਟਾ ਮਾਰਨ ਨਾਲ ਗੱਲ ਜੀ ਨਹੀਂ ਬਣਨੀ, ਤੁਹਾਨੂੰ ਸਮਝਣੇ ਪੈਣੇ ਆ ਇਹ, ਫਿਰ ਚੰਗੀ ਤਰ੍ਹਾਂ ਯਾਦ ਰਹਿਣਗੇ, ਠੀਕ ਆ। ਤਾਂ ਹੁਣ ਲਗਭਗ ਆਪਾਂ ਸਾਰੇ ਸਬਜੈਕਟਾਂ ਦੀ ਗੱਲ ਕਰ ਲਈ। ਹੁਣ ਤੁਸੀਂ ਕਹੋਗੇ ਵੀ ਠੀਕ ਆ, ਤੁਸੀਂ ਇਹ ਚੀਜ਼ਾਂ ਦੱਸਦੀਆਂ ਵੀ ਇਹ ਰੱਟੇ ਨਾਲ ਚੀਜ਼ਾਂ ਹੁੰਦੀਆਂ ਅਤੇ ਸਮਝਣ ਵਾਲੀਆਂ ਚੀਜ਼ਾਂ ਨੇ, ਵੀ ਅਸੀਂ ਕਰੀਏ ਕਿਵੇਂ। ਅਤੇ ਵੈਸੇ ਤਾਂ ਮੈਂ ਸਟੂਡੈਂਟਸ ਨੂੰ ਜਿਹੜੇ
ਜਿਨ੍ਹਾਂ ਕੋਲ ਟਾਈਮ ਹੁੰਦਾ, ਜਿਹੜੇ ਅੱਜ ਤੋਂ ਮਤਲਬ 8-9 ਮਹੀਨੇ ਪਹਿਲਾਂ ਤਿਆਰੀ ਕਰਨ ਲੱਗਦੇ ਕਿਸੇ ਵੀ ਪੇਪਰ ਦੀ, ਉਹਨਾਂ ਨੂੰ ਮੈਂ ਇਹੀ ਕਹਿੰਦਾ ਹੁੰਦਾ ਵੀ ਤੁਸੀਂ ਕੋਰ ਕਿਤਾਬਾਂ ਪੜ੍ਹੋ। ਉਹ ਮੈਂ ਪਹਿਲਾਂ ਦੱਸੀਆਂ ਹੋਈਆਂ ਸਭ ਨੂੰ। ਇਸੇ ਚੈਨਲ 'ਤੇ ਇੱਕ ਵੀਡੀਓ ਪਈ ਆ ਸਬ ਇੰਸਪੈਕਟਰ ਦੇ ਪੇਪਰ ਲਈ ਵੀ ਕਿਹੜੀਆਂ ਬੁੱਕ ਲਿਸਟ ਫੋਲੋ ਕਰੀਏ। ਉਹ ਸਾਰੇ ਸਬਜੈਕਟਾਂ ਲਈ ਸੇਮ ਨੇ, ਸਾਰੇ ਸਬਜੈਕਟ ਨਹੀਂ, ਸਾਰੇ ਪੇਪਰਾਂ ਦੇ ਲਈ ਸੇਮ ਆ। ਜਿੰਨੇ ਵੀ ਪੇਪਰ ਹੁੰਦੇ ਨੇ ਉਹ ਜਨਰਲ ਨੌਲੇਜ ਦਾ ਸੇਮ ਹੀ ਰਹਿੰਦੀ ਆ, ਉਹ ਸਾਰਿਆਂ ਲਈ ਸੇਮ ਆ। ਤਾਂ ਮੈਂ ਉਹ ਕਿਤਾਬਾਂ ਕਹਿੰਦਾ। ਪਰ ਹੁਣ ਨਾ ਟਾਈਮ ਬਹੁਤ ਘੱਟ ਆ, 2-3 ਮਹੀਨੇ ਨੇ। 3 ਮਹੀਨੇ ਵਿੱਚ ਤੁਹਾਡੇ ਕੋਲ ਨਾ ਤਾਂ ਇਲੂਸ਼ਨ ਰਿਜ਼ਲਟ ਤੁਸੀਂ ਸਟਾਰਟਿੰਗ ਤੋਂ ਰੱਟੇ ਲਾ ਸਕਦੇ ਹੋ, 3 ਮਹੀਨੇ ਵਿੱਚ ਇਸ ਕਿਤਾਬ ਨੂੰ ਵੀ ਚੰਗੀ ਤਰ੍ਹਾਂ ਰੱਟੇ ਨਹੀਂ ਲੱਗ ਸਕਦੇ, ਠੀਕ ਹੈ। ਇਸ ਤੋਂ ਇਲਾਵਾ ਇੱਕ ਪੋਰਸ਼ਨ ਹੋਰ ਹੁੰਦਾ ਮਿਸਲੇਨੀਅਸ, ਜਿਹਦੇ ਵਿੱਚ ਆਪਾਂ ਕਰਦੇ ਹਾਂ ਵੀ ਭਾਰਤ 'ਚ ਪਹਿਲਾ ਬੰਦਾ ਕੌਣ ਸੀ ਜਿਹੜਾ ਅੰਤਰਿਕਸ਼ ਵਿੱਚ ਗਿਆ, ਇਹੋ ਜਿਹੀ ਚੀਜ਼ਾਂ ਵੀ ਭਾਰਤ ਦਾ ਪਹਿਲਾ ਪ੍ਰਧਾਨ ਮੰਤਰੀ ਕੌਣ ਸੀਗਾ, ਰੱਟੇ ਵਾਲੀਆਂ ਚੀਜ਼ਾਂ ਵੀ ਪਹਿਲਾਂ ਇਹ ਕੌਣ ਹੋਇਆ, ਪਹਿਲਾਂ ਇਹ ਚੀਜ਼ ਕੌਣ ਹੋਈ, ਉਹ ਇਹ ਕਿਤਾਬਾਂ ਦੇ ਪਿੱਛੇ ਮਿਸਲੇਨੀਅਸ ਪਾਰਟ ਦਿੱਤਾ ਹੁੰਦਾ, ਤੁਸੀਂ ਉਹ 'ਚੋਂ ਪੜ੍ਹ ਸਕਦੇ ਹੋ। ਉਹ ਤਾਂ ਰੱਟੇ ਹੀ ਮਾਰਨੇ ਪੈਂਦੇ, ਹਰੇਕ ਬੰਦੇ ਰੱਟੇ ਮਾਰਦਾ ਉਹਨੂੰ, ਠੀਕ ਹੈ। ਉਸ ਤੋਂ ਇਲਾਵਾ ਜਿਹੜੀਆਂ ਕੰਸੈਪਟ ਵਾਲੀਆਂ ਚੀਜ਼ਾਂ ਹੁਣ ਤੁਸੀਂ ਪੁੱਛੋਗੇ ਵੀ ਕਿੱਥੋਂ ਕਰੀਏ, ਤਾਂ 3 ਮਹੀਨੇ ਦੇ ਵਿੱਚ ਤੁਸੀਂ, ਮੈਂ ਤਾਂ ਮੇਰੀ ਸੁਜੈਸ਼ਨ ਤਾਂ ਇਹੀ ਹੋਊਗੀ। ਅਤੇ ਨਾਲੇ ਬਹੁਤ ਮਤਲਬ ਜ਼ਰੂਰੀ ਹੈ ਤੁਹਾਡੇ ਲਈ ਇਹ ਵੀ ਤੁਸੀਂ ਆਪਦੇ ਫੰਡੇ ਵੀ ਕਲੀਅਰ ਕਰ ਲਓ 3 ਮਹੀਨੇ ਵਿੱਚ। ਜੇ ਸਾਰਾ ਕੰਪਲੀਟ ਵੀ ਕਰਨਾ, ਤੁਹਾਨੂੰ ਮਿਹਨਤ ਤਾਂ ਬਹੁਤ ਜ਼ਿਆਦਾ ਕਰਨੀ ਪੈਣੀ ਹੈ। ਤੁਹਾਨੂੰ ਘੱਟੋ ਘੱਟ ਦਿਨ ਵਿੱਚ 10-12 ਘੰਟੇ ਲਾਉਣੇ ਪੈਣੇ ਆ ਜੇ ਤੁਸੀਂ ਛੇਤੀ ਨੌਕਰੀ ਲੈਣੀ ਹੈ 3 ਮਹੀਨੇ ਦੇ ਅੰਦਰ ਅੰਦਰ, ਠੀਕ ਆ। ਤਾਂ ਹੁਣ ਤੁਹਾਨੂੰ ਮੈਂ ਦੱਸਦਾ ਵੀ ਤੁਸੀਂ ਕਿੱਥੋਂ, ਜੇ ਤੁਸੀਂ ਪੁੱਛੋਗੇ ਵੀ ਅਸੀਂ ਕਿਹੜੀ ਅਕੈਡਮੀ ਜੁਆਇਨ ਕਰੀਏ, ਕਿਹੜਾ ਮੈਂਟਰ ਲਈਏ, ਕਿਹੜਾ ਟਿਊਸ਼ਨ ਕਿੱਥੇ ਲਈਏ, ਜਾਂ ਫਿਰ ਕਿਵੇਂ ਅਸੀਂ ਕਰੀਏ ਇਹ ਚੀਜ਼ਾਂ ਕਵਰ, ਤਾਂ ਤੁਸੀਂ ਸੰਘਰਸ਼ ਅਕੈਡਮੀ ਹੈ ਇੱਕ, ਮੇਰੇ ਫਰੈਂਡ ਨੇ ਉਹ, ਮੈਂ ਹੀ ਉਹਨਾਂ ਨੂੰ ਕਿਹਾ ਸੀ ਤੁਸੀਂ ਇਹ ਚੀਜ਼ ਸ਼ੁਰੂ ਕਰੋ। ਕਿ ਮੈਨੂੰ ਕਾਫੀ ਸਟੂਡੈਂਟਸ ਪੁੱਛਦੇ ਸੀਗੇ ਵੀ ਅਸੀਂ ਤਿਆਰੀ ਕਿੱਥੋਂ ਕਰੀਏ। ਤਾਂ ਜਿਹੜੇ ਕੋਚਿੰਗ ਇੰਸਟੀਟਿਊਟਸ ਨੇ, ਜ਼ਿਆਦਾਤਰ ਮੈਂ 3 ਸਾਲ ਤਿਆਰੀ ਕੀਤੀ ਆ ਲਗਭਗ। ਮੈਨੂੰ ਚੰਡੀਗੜ੍ਹ ਸਭ ਤੋਂ ਜ਼ਿਆਦਾ ਇੰਸਟੀਟਿਊਟਸ ਨੇ, ਲਗਭਗ ਸਭ ਦੇ ਬਾਰੇ ਪਤਾ ਹੀ ਆ ਵੀ ਕਿਵੇਂ ਕਿੱਥੇ ਕਿਵੇਂ ਚੱਲਦਾ ਕੰਮ। ਅਤੇ ਮੈਂ ਨਹੀਂ ਕਹਿੰਦਾ ਵੀ ਕੋਈ ਮਾੜਾ, ਸਾਰੇ ਠੀਕ ਪੜ੍ਹਾਉਂਦੇ ਹੋਣਗੇ, ਸਾਰੇ ਠੀਕ ਹੀ ਨੇ। ਅਤੇ ਪਰ ਐਂ ਆ ਵੀ ਕਈ ਬੱਚੇ ਜਿਹੜੇ ਉਹਨਾਂ ਦੀ ਫੀਸ ਅਫੋਰਡ ਨਹੀਂ ਕਰ ਪਾਉਂਦੇ, ਠੀਕ ਆ। ਉਹਨਾਂ ਦੀ ਫੀਸ ਜਿਵੇਂ 15,000 ਤੋਂ ਲੈ ਕੇ ਲਗਭਗ ਸਾਰਿਆਂ ਦੀ 20,000 ਤੱਕ ਹੈਗੀ ਆ। ਤਾਂ ਮੈਂ ਆਪਦੇ ਫਰੈਂਡ ਨੂੰ ਕਿਹਾ ਸੀ ਵੀ ਤੁਸੀਂ ਜਿਹੜੇ ਬੱਚੇ ਜਿਹੜੇ ਫਾਈਨੈਂਸ਼ੀਅਲੀ ਵੀਕ ਨੇ, ਅਤੇ ਇੱਦਾਂ ਦਾ ਤੁਸੀਂ ਕੋਈ ਚੀਜ਼ ਸ਼ੁਰੂ ਕਰੋ ਵੀ ਹਰੇਕ ਬੰਦਾ ਹੀ ਅਫੋਰਡ ਕਰ ਸਕੇ ਉਹਨੂੰ। ਤਾਂ ਉਹਨਾਂ ਨੇ 2500 ਰੁਪਏ ਦੇ ਵਿੱਚ ਜਨਰਲ ਸਟੱਡੀ ਦਾ ਸਾਰਾ ਕੰਸੈਪਟ ਦੇ ਨਾਲ ਅਤੇ ਨਾਲ ਇਫੈਕਟ ਦੇ ਨਾਲ ਜਿਹੜਾ ਉਹ ਸ਼ੁਰੂ ਕੀਤਾ ਉਹਨਾਂ ਨੇ ਕੰਮ। ਸਾਰੇ ਸਬਜੈਕਟ ਕਵਰ ਕਰਾਉਂਦੇ ਆ, ਉਹਨਾਂ ਨੂੰ ਪੜ੍ਹਾਉਂਦੇ ਹੋਏ 2 ਮਹੀਨੇ ਹੋ ਗਏ ਆ। ਅਤੇ ਉਹਨਾਂ ਨੇ 2 ਸਬਜੈਕਟ ਕੰਪਲੀਟ ਕਰਤੇ, 3 ਸਬਜੈਕਟ ਕੰਪਲੀਟ ਹੋ ਗਏ ਆ ਮੇਰੇ ਖਿਆਲ 'ਚ। ਇੱਕ ਤਾਂ ਸਾਇੰਸ ਕੰਪਲੀਟ ਹੋਈ ਹੈ, ਇੱਕ ਇਨਵਾਇਰਮੈਂਟ ਕੰਪਲੀਟ ਹੋਈ ਹੈ, ਇੱਕ ਜੋਗ੍ਰਾਫੀ ਕੰਪਲੀਟ ਹੋਈ ਹੈ। ਐਟ ਪ੍ਰੈਜੈਂਟ ਉਹਨਾਂ ਦੇ ਸਾਇੰਸ ਚੱਲ ਰਹੀ ਆ, ਮੇਰੇ ਖਿਆਲ 'ਚ ਕੈਮਿਸਟਰੀ ਕੰਪਲੀਟ ਹੋਣ ਵਾਲੀ ਆ, ਫਿਜ਼ਿਕਸ ਕੰਪਲੀਟ ਹੋ ਗਈ ਆ, ਅਤੇ ਬਾਇਓ ਸ਼ੁਰੂ ਹੋਣੀ ਆ। ਅਤੇ ਨਾਲ ਹੀ ਸਾਡਾ ਪੰਜਾਬ ਚੱਲ ਰਿਹਾ ਉਹਨਾਂ ਦੇ। ਤਾਂ ਤੁਸੀਂ ਉਸ ਕੋਚਿੰਗ ਇੰਸਟੀਟਿਊਟ 'ਤੇ ਲੱਗ ਕੇ, ਉਹ ਔਨਲਾਈਨ ਪੜ੍ਹਾਉਂਦੇ ਨੇ, ਮੈਂ ਤੁਹਾਨੂੰ ਲਿੰਕ ਭੇਜ ਦੂੰਗਾ, ਡਿਸਕ੍ਰਿਪਸ਼ਨ ਦੇ ਵਿੱਚ ਪਾ ਦੂੰਗਾ, ਤੁਸੀਂ ਦੇਖ ਲਿਓ। ਔਨਲਾਈਨ ਪੜ੍ਹਾਉਂਦੇ ਨੇ। ਤਾਂ ਤੁਸੀਂ ਕੀ ਕਰਨਾ, ਜਿਹੜੇ 2 ਮਹੀਨੇ ਪਹਿਲਾਂ ਦੇ ਲੈਕਚਰ ਨੇ ਉਹ ਵੀ ਸਟਾਰਟ ਕਰ ਸਕਦੇ ਹੋ, ਅੱਜ ਤੋਂ ਹੀ ਸਟਾਰਟ ਕਰੋ ਜਦੋਂ ਵੀ ਤੁਸੀਂ ਵੀਡੀਓ ਦੇਖਦੇ ਹੋ। ਤਾਂ ਜਿਵੇਂ ਸਪੋਜ਼ ਕਰੋ ਤੁਸੀਂ ਪੁਰਾਣੇ ਲੈਕਚਰ 2 ਵੀ ਦੇਖਦੇ ਹੋ, 1 ਘੰਟੇ ਦਾ ਇੱਕ ਲੈਕਚਰ ਹੁੰਦਾ ਡੇਲੀ ਦਾ, ਤਾਂ ਤੁਸੀਂ 2 ਲੈਕਚਰ ਵੀ ਦੇਖਦੇ ਹੋ, ਅਤੇ ਨਾਲ ਅੱਜ ਦਾ ਜਿਹੜਾ ਪ੍ਰੈਜੈਂਟ ਤੁਸੀਂ ਕੰਟੀਨਿਊ ਕਰੋਗੇ, ਜਿਹੜੇ ਦਿਨ ਤੋਂ 3 ਲੈਕਚਰ ਦੇਖਦੇ ਹੋ, 3 ਘੰਟੇ ਉਹਦੇ 'ਤੇ ਲਾਉਣੇ ਹੋ। ਉਸ ਤੋਂ ਬਾਅਦ ਤੁਸੀਂ 4-5 ਘੰਟੇ ਉਹ ਲੈਕਚਰਾਂ ਨੂੰ ਜਿਹੜਾ ਉਹ ਔਨਲਾਈਨ ਹੀ ਤੁਹਾਨੂੰ ਪੜ੍ਹਾਉਣਗੇ, ਅਤੇ ਔਨਲਾਈਨ ਹੀ ਤੁਸੀਂ ਨੋਟਸ ਬਣਾਉਣੇ ਆ। ਇੱਕ ਔਨਲਾਈਨ ਜਿਹੜਾ ਜੇ ਤੁਸੀਂ ਆਪਦੇ ਨੋਟਸ ਬਣਾਉਣੇ ਨਾ, ਸਭ ਤੋਂ ਫਾਇਦਾ ਇਹ ਹੁੰਦਾ ਉਹਦਾ ਜ਼ਿਆਦਾ, ਕਿ ਜਿਹੜੀ ਚੀਜ਼ ਤੁਸੀਂ ਆਪ ਲਿਖਦੇ ਹੋ ਉਹ ਯਾਦ ਬਹੁਤ ਛੇਤੀ ਹੁੰਦੀ ਆ। ਜਿਹੜੇ ਤੁਹਾਨੂੰ ਨੋਟਸ ਮਿਲਦੇ ਆ ਉਹ ਤੁਹਾਨੂੰ ਇੱਕ ਤਰ੍ਹਾਂ ਦੇ ਕਿਤਾਬ ਵਾਂਗੂ ਲੱਗਦੇ, ਉਹ 'ਤੇ ਟਾਈਮ ਜ਼ਿਆਦਾ ਲੱਗਦਾ। ਜਿਹੜਾ ਬੰਦਾ ਆਪਦੇ ਹੱਥੀਂ ਲਿਖੀ ਚੀਜ਼ ਪੜ੍ਹਦਾ ਉਹ ਜਲਦੀ ਯਾਦ ਹੁੰਦੀ ਆ, ਤਾਂ ਕਰਕੇ ਉਹ ਕਲਾਸ 'ਚ ਨੋਟਸ ਬਣਾਏ ਜਾਂਦੇ ਆ, ਉਹ ਮੈਡਮ ਨੋਟਸ ਬਣਾਉਂਦੇ ਨੇ ਤੁਹਾਨੂੰ ਕਲਾਸ ਵਿੱਚ ਹੀ। ਤਾਂ ਤੁਸੀਂ ਉਹ ਕਲਾਸ 'ਚੋਂ ਨੋਟ ਬਣਾ ਕੇ ਅਤੇ ਡੇਲੀ ਰਿਵਾਈਜ਼ ਕਰ ਸਕਦੇ ਹੋ, ਅਤੇ ਤੁਹਾਡੀ ਤਿਆਰੀ ਬਹੁਤ ਵਧੀਆ ਹੋ ਜਾਊਗੀ। ਕੰਸੈਪਟ ਤੁਹਾਡੇ ਕਲੀਅਰ ਹੋ ਜਾਣਗੇ, ਤੁਹਾਨੂੰ ਲਿਊਸੈਂਟ ਅਰੀਹੰਤ 'ਚੋਂ ਰੱਟੇ ਮਾਰਨ ਦੀ ਲੋੜ ਨਹੀਂ ਪੈਣੀ, ਠੀਕ ਆ। ਅਤੇ ਇਹ ਚੀਜ਼ਾਂ ਸਾਰੀਆਂ ਮੈਂ ਤੁਹਾਨੂੰ ਤਾਂ ਹੀ ਦੱਸ ਰਿਹਾ ਵੀ ਰੱਟੇ ਨਾਲ ਤੁਹਾਨੂੰ ਇੰਨਾ ਫਾਇਦਾ ਨਹੀਂ ਹੋਣਾ, ਟਾਈਮ ਤੁਹਾਡਾ ਜ਼ਿਆਦਾ ਵੇਸਟ ਹੋਊਗਾ। 5-6 ਵਾਰੀ ਪੜ੍ਹਨੀ ਪੈਣੀ ਤੁਹਾਨੂੰ ਉਹੀ ਚੀਜ਼ ਤੁਸੀਂ ਕੰਸੈਪਟ ਨਾਲ ਵੀ ਕਲੀਅਰ ਕਰ ਸਕਦੇ ਹੋ, ਅਤੇ ਬਹੁਤ ਛੇਤੀ ਤੁਹਾਡੀ 3 ਮਹੀਨੇ ਦੇ ਅੰਦਰ ਅੰਦਰ ਤੁਸੀਂ ਜਿਹੜਾ ਪੁਰਾਣਾ 2 ਮਹੀਨੇ ਦਾ ਕੋਰਸ ਆ, ਜੇ ਤੁਸੀਂ ਮਿਹਨਤ ਕਰੋਗੇ, 2-2 ਲੈਕਚਰ ਡੇਲੀ ਦੇਖਦੇ ਹੋ, ਤਾਂ 1 ਮਹੀਨੇ ਦੇ ਵਿੱਚ ਤੁਸੀਂ ਪੁਰਾਣਾ ਸਾਰਾ ਕਵਰ ਕਰ ਲਓਗੇ, ਠੀਕ ਹੈ। ਅਤੇ ਨਾਲ ਜਿਹੜਾ ਪ੍ਰੈਜੈਂਟ ਚੱਲ ਰਿਹਾ ਉਹ ਵੀ। ਇੱਕ ਚੀਜ਼ ਪਲੱਸ ਪੁਆਇੰਟ ਹੋਰ, ਉਹ ਡੇਲੀ ਤੁਹਾਨੂੰ ਕਰੰਟ ਅਫੇਅਰਸ ਵੀ ਕਰਾਉਂਦੇ ਨੇ, ਅਤੇ ਡੇਲੀ ਕਰੰਟ ਅਫੇਅਰ ਦਾ ਕੁਇਜ਼ ਵੀ ਹੁੰਦਾ ਆ। ਉਹਦੇ ਨਾਲ ਕੀ ਆ, ਟੈਲੀਗ੍ਰਾਮ 'ਤੇ ਗਰੁੱਪ ਬਣਿਆ ਹੋਇਆ, ਉੱਥੇ ਕੁਇਜ਼ ਲੈਂਦੇ ਨੇ ਉਹ, ਅਤੇ ਨਾਲ ਤੁਹਾਨੂੰ ਕੰਪੀਟੀਸ਼ਨ ਦੀ ਫੀਲਿੰਗ ਵੀ ਆਉਂਦੀ ਆ ਵੀ ਆਹ ਸਟੂਡੈਂਟ ਮੇਰੇ ਨਾਲ ਤਿਆਰੀ ਕਰ ਰਿਹਾ, ਮੈਂ ਉਸ ਤੋਂ ਜ਼ਿਆਦਾ ਨੰਬਰ ਲੈਣੇ ਆ। ਡੇਲੀ ਕੁਇਜ਼ ਹੁੰਦੇ ਆ। ਡੇਲੀ ਕੁਇਜ਼ ਦਾ ਸਭ ਤੋਂ ਜ਼ਿਆਦਾ ਫਾਇਦਾ ਇਹ ਹੁੰਦਾ ਵੀ ਤੁਸੀਂ ਪੜ੍ਹਾਈ ਦੇ ਟੱਚ ਵਿੱਚ ਰਹਿਣਾ ਹੀ ਰਹਿਣਾ ਆ, ਤੁਸੀਂ ਇੱਧਰ ਉੱਧਰ ਨਹੀਂ ਹੋ ਸਕਦੇ। ਤੁਹਾਨੂੰ ਹੋਊਗਾ ਵੀ ਯਾਰ ਮੇਰੇ ਕੋਲ ਨੰਬਰਾਂ 'ਚ ਘੱਟ ਆਏ ਦੂਜੇ ਨਾਲੋਂ, ਇਹਦਾ ਮਤਲਬ ਮੈਂ ਪਿੱਛੇ ਹਾਂ, ਮੈਨੂੰ ਨੌਕਰੀ ਲੈਣ ਤੋਂ ਮੈਂ ਪਿੱਛੇ ਚੱਲ ਰਿਹਾ ਉਹਨਾਂ ਤੋਂ, ਵੀ ਮੈਨੂੰ ਤੋਂ ਅੱਗੇ ਨਿਕਲਣਾ, ਮੈਂ ਹੋਰ ਜ਼ਿਆਦਾ ਪੜ੍ਹਾਂ। ਇਹਦਾ ਟੈਸਟ ਡੇਲੀ ਦਾ ਬਹੁਤ ਜ਼ਿਆਦਾ ਫਾਇਦਾ ਹੁੰਦਾ ਇਹ ਚੀਜ਼। ਫਿਰ ਇਸ ਤੋਂ ਬਾਅਦ ਨਾਲੇ ਜਦੋਂ ਕੋਈ ਵੀ ਸਬਜੈਕਟ ਕੰਪਲੀਟ ਹੋ ਜਾਂਦਾ, ਤਾਂ ਉਹ ਫੁੱਲ ਲੈਂਥ ਮੌਕ ਟੈਸਟ ਲੈਂਦੇ ਆ, ਉਹ 'ਚ 100 ਕੁਐਸਚਨ ਹੁੰਦੇ, ਲਗਭਗ 2-3 ਟੈਸਟ ਲੈਂਦੇ ਆ ਉਹਦੇ, ਤਾਂ ਕਿ ਬੱਚਿਆਂ ਦੀ ਰਿਵਾਈਜ਼ਨ ਚੰਗੀ ਤਰ੍ਹਾਂ ਕਰ ਸਕਣ ਉਹ, ਅਤੇ ਟੈਸਟ ਵਿੱਚ ਵਧੀਆ ਪਰਫੋਰਮ ਕਰ ਸਕਣ। ਤਾਂ ਤੁਹਾਡੀ ਤਿਆਰੀ ਬਹੁਤ ਜ਼ਿਆਦਾ ਵਧੀਆ ਹੋ ਜਾਊਗੀ। ਅਤੇ ਮੈਂ ਆਪ ਉਹ ਸਟੂਡੈਂਟਸ ਨਾਲ ਜੁੜਿਆ ਹੋਇਆ, ਅਤੇ ਮੈਂ ਵੀ ਦੇਖਦਾ ਰਹਿੰਦਾ ਵੀ ਕਿਵੇਂ ਪਰਫੋਰਮ ਕਰ ਰਿਹਾ, ਜਾਂ ਫਿਰ ਜੇ ਕਿਸੇ ਨੂੰ ਪ੍ਰੋਬਲਮ ਆਉਂਦੀ ਤਾਂ ਮੇਰੇ ਨਾਲ ਗੱਲ ਵੀ ਕਰ ਲੈਂਦੇ ਆ।
ਇਸ ਤੋਂ ਇਲਾਵਾ ਤੁਹਾਨੂੰ ਉਸ ਕੋਚਿੰਗ ਇੰਸਟੀਚਿਊਟ ਤੇ ਸੰਘਰਸ਼ ਤੇ ਲੱਗਣ ਦਾ ਕੀ ਫਾਇਦਾ ਹੋਊਗਾ ਕਿ ਜਿਹੜੇ ਉਹ ਮੈਡਮ ਨੇ, ਜਿਹੜੇ ਮੈਂ ਤੁਹਾਨੂੰ ਦੱਸਿਆ ਵੀ ਮੇਰੇ ਫਰੈਂਡ ਹੀ ਨੇ, ਉਹ ਮੇਰੇ ਨਾਲ ਹੀ ਪੜ੍ਹਦੇ ਹੁੰਦੇ ਸੀਗੇ ਇੰਸਟੀਚਿਊਟ ਤੇ, ਤਾਂ ਉਹਨਾਂ ਨੇ ਵੀ ਲਗਭਗ 3 ਸਾਲ 4 ਸਾਲ ਤਿਆਰੀ ਕੀਤੀ ਆ, 3.5 ਸਾਲ। ਤਾਂ ਉਹਨਾਂ ਦਾ ਸਬ ਇੰਸਪੈਕਟਰ ਹਰਿਆਣਾ ਦਾ ਐਗਜ਼ਾਮ ਵੀ ਕਲੀਅਰ ਸੀਗਾ ਤੇ ਉਹਨਾਂ ਦਾ UPSC ਦਾ ਪੇਪਰ ਵੀ ਪ੍ਰੀ ਜਿਹੜਾ ਉਹ ਕਲੀਅਰ ਸੀਗਾ। ਤਾਂ ਉਹਨਾਂ ਨੂੰ ਵੀ ਪਤਾ ਆ ਵੀ ਪੇਪਰ ਕਿੱਦਾਂ ਦੇ ਆਉਂਦੇ ਆ, ਤਾਂ ਪੂਰੇ ਟੱਚ ਵਿੱਚ ਨੇ ਉਹ ਸਾਰੇ ਸਬਜੈਕਟਾਂ ਦੇ ਤੇ ਨਾਲੇ ਸਾਰੇ ਪੇਪਰਾਂ ਦੇ ਵੀ ਕਿੱਦੇ ਪੰਜਾਬ ਦੇ ਜਿਹੜੇ ਪੇਪਰ ਉਹ ਕਿਸ ਲੈਵਲ ਦੇ ਆਉਂਦੇ ਆ, ਤਾਂ ਤੁਹਾਡੀ ਪੂਰੀ ਵਧੀਆ ਤਿਆਰੀ ਕਰਾ ਦੇਣਗੇ। ਇਸ ਤੋਂ ਇਲਾਵਾ ਤੁਹਾਨੂੰ ਹੋਰ ਬੈਨੀਫਿਟ ਕੀ ਆ ਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਜਿਹੜਾ ਕਨਸੈਪਟ ਆ ਤੁਸੀਂ YouTube ਤੇ ਵੀ ਪੜ੍ਹ ਸਕਦੇ ਹੋ। YouTube ਤੇ ਕੀ ਆ, ਪਰ ਤੁਹਾਨੂੰ ਕੋਈ ਵੀ ਟੌਪਿਕ ਹੈ, ਜਿਵੇਂ ਮੰਨ ਲਓ ਮੈਂ ਤੁਹਾਨੂੰ ਰੇਨਬੋ ਇੰਦਰਧਨੁਸ਼ ਵਾਲਾ ਟੌਪਿਕ ਦੱਸਿਆ ਸੀਗਾ, ਉਹਦੇ ਬਾਰੇ ਤੁਹਾਨੂੰ ਵੀਡੀਓ ਦੇਖਣੀ ਪਊਗੀ ਵੀ ਇੰਦਰਧਨੁਸ਼ ਕਿਵੇਂ ਬਣਦਾ, ਉਹਦਾ ਕੀ ਕਨਸੈਪਟ ਆ। ਮਤਲਬ ਇੱਦਾਂ ਦੇ ਇੱਕ ਸਬਜੈਕਟ ਤੋਂ ਵੀ ਦੇਖੀਏ ਤਾਂ ਆਪਾਂ ਘੱਟੋ ਘੱਟ 60 70 100 ਜਿਹੜੇ ਆ ਟੌਪਿਕ ਹੋਣਗੇ, ਜਿਹੜੇ ਤੁਸੀਂ ਕੱਲੀ ਕਰਕੇ YouTube ਤੇ ਵੀਡੀਓ ਦੇਖੋਗੇ ਤੁਹਾਡਾ ਟਾਈਮ ਬਹੁਤ ਜ਼ਿਆਦਾ ਖਰਾਬ ਹੋਊਗਾ। ਇੰਨਾ ਤੁਹਾਡੇ ਕੋਲ ਟਾਈਮ ਹੈ ਨਹੀਂਗਾ, 3-4 ਮਹੀਨੇ ਵਿੱਚ ਤੁਸੀਂ ਕੰਪਲੀਟ ਕਰਨਾ, ਤੁਸੀਂ ਕੱਲੀ ਟੌਪਿਕ ਦੀ ਵੀਡੀਓ ਨਹੀਂ ਦੇਖ ਸਕਦੇ, ਤਾਂ ਕਰਕੇ ਤੁਸੀਂ ਉੱਥੋਂ ਸਾਰਾ ਕੰਪਲੀਟ ਕਰ ਸਕਦੇ ਹੋ ਕੋਰਸ। ਇਸ ਤੋਂ ਇਲਾਵਾ ਤੁਹਾਨੂੰ ਇੱਕ ਬੈਨੀਫਿਟ ਹੋਰ ਹੋਊਗਾ ਵੀ ਜਿਹੜਾ ਉਹ ਕੋਰਸ ਆ ਉਹ ਮੇਨਲੀ ਜਿਹੜਾ ਸਬ ਇੰਸਪੈਕਟਰ ਦੀਆਂ ਪੋਸਟਾਂ ਆਉਣੀਆਂ ਅੱਗੇ ਜਾਂ ਫਿਰ ਕਾਂਸਟੇਬਲ ਦੀਆਂ ਪੋਸਟਾਂ ਆਉਣੀਆਂ ਅੱਗੇ, ਤਾਂ ਉਹਦੇ ਵਿੱਚ ਵੀ ਜਨਰਲ ਨੌਲੇਜ ਸੇਮ ਹੀ ਆਉਣੀ ਆ। ਤਾਂ ਮੇਨਲੀ ਫੋਕਸ ਉਹਨੂੰ ਵੀ ਦਿੱਤਾ ਗਿਆ ਹੋਇਆ, ਜ਼ਿਆਦਾ ਫੋਕਸ ਉਹ ਪੋਸਟਾਂ ਨੂੰ ਵੀ ਦਿੱਤਾ ਹੋਇਆ ਵੀ ਜਿਹੜੇ ਸਟੂਡੈਂਟ ਲੱਗ ਰਹੇ ਨੇ ਉਹਨਾਂ ਦਾ ਉਹ ਕਾਂਸਟੇਬਲ ਤੇ ਸਬ ਇੰਸਪੈਕਟਰ ਜਿਹੜਾ ਐਗਜ਼ਾਮ ਆ ਉਹ ਲਾਜ਼ਮੀ ਕਲੀਅਰ ਹੋਵੇ। ਠੀਕ ਆ, ਤਾਂ ਤੁਹਾਨੂੰ ਇਹ ਪਲੱਸ ਪੁਆਇੰਟ ਹੋਊਗਾ ਵੀ ਜੇ ਰੱਬ ਨਾ ਕਰੇ ਤੁਹਾਡਾ ਪਟਵਾਰੀ ਵੱਲ ਨਹੀਂ ਗੱਲ ਬਣੀ, ਤਾਂ ਤੁਹਾਡੀ ਅਗਲੇ ਜਿਹੜੇ ਪੇਪਰ ਨੇ ਸਬ ਇੰਸਪੈਕਟਰ ਹੋਗਾ ਜਾਂ ਕਾਂਸਟੇਬਲ ਹੋਗਾ ਜਾਂ ਅੱਗੇ ਹੋਰ ਵੀ ਜਿਹੜੀਆਂ ਪੋਸਟਾਂ ਆਉਣਗੀਆਂ ਉਹਦੀ ਬਹੁਤ ਚੰਗੀ ਤਿਆਰੀ ਹੋ ਜੂਗੀ। ਠੀਕ ਆ, ਇਸ ਤੋਂ ਇਲਾਵਾ ਜਿਹੜੇ ਕੁਝ ਸਟੂਡੈਂਟ ਨੇ ਨਾ ਜਿਹੜੇ ਨਵੇਂ ਤਿਆਰੀ ਕਰਨ ਲੱਗੇ ਆ, ਭਾਵੇਂ ਪਟਵਾਰੀ ਦੀ ਤਿਆਰੀ ਕਰ ਰਹੇ ਆ, ਕੁਝ ਨਵੇਂ ਸਟੂਡੈਂਟ ਇੱਦਾਂ ਦੇ ਵੀ ਜਿਹੜੇ ਕਾਂਸਟੇਬਲ ਦੇ ਪੇਪਰ ਦੀ ਹੀ ਤਿਆਰੀ ਕਰਨੀ ਸ਼ੁਰੂ ਕਰ ਰਹੇ ਆ ਜਾਂ ਫਿਰ ਸਬ ਇੰਸਪੈਕਟਰ ਦੀ ਤਿਆਰੀ ਜਿਨ੍ਹਾਂ ਨੇ ਨਵੀਂ ਸ਼ੁਰੂ ਕਰਨੀ ਆ, ਉਹ ਮੈਨੂੰ ਇਹ ਪੁੱਛਦੇ ਆ ਵੀ ਨਾ ਮਾਰਕੀਟ ਵਿੱਚ ਕਈ ਬੁੱਕਸ ਆਉਂਦੀਆਂ, ਜਿਵੇਂ ਕਿ ਇੱਕ ਮੈਂ ਜ਼ਿਆਦਾਤਰ ਦੇਖਿਆ ਵੀ ਕੁਝ ਪਬਲਿਸ਼ਰਸ ਨੇ ਨਾ ਜਿਹੜੇ ਉਹ ਜਿਵੇਂ ਕੋਈ ਵੀ ਪੋਸਟ ਨਿਕਲਣ ਵਾਲੀ ਹੁੰਦੀ ਆ ਜਾਂ ਨਿਕਲ ਜਾਂਦੀ ਆ, ਤਾਂ ਉਸ ਤੋਂ ਪਹਿਲਾਂ ਹੀ ਉਹ ਮਤਲਬ ਥੋੜ੍ਹਾ ਟਾਈਮ ਪਹਿਲਾਂ ਲਾਈਕ 2-3 ਮਹੀਨੇ ਪਹਿਲਾਂ ਜਦੋਂ ਪੇਪਰ ਹੋਣਾ ਹੁੰਦਾ ਉਸ ਤੋਂ 2-3 ਮਹੀਨੇ ਪਹਿਲਾਂ ਜਾਂ 4 ਮਹੀਨੇ ਪਹਿਲਾਂ ਇੱਕ ਬੁੱਕ ਪਬਲਿਸ਼ ਕਰ ਦਿੰਦੇ ਆ। ਵੀ ਜਿਵੇਂ ਹੁਣ ਕਾਂਸਟੇਬਲ ਦੀਆਂ ਬੁੱਕਸ ਮੇਰੇ ਖਿਆਲ 'ਚ ਆਈਆਂ ਹੋਈਆਂ ਇਸ ਵਾਰ, ਸਟੂਡੈਂਟ ਨੂੰ ਪਤਾ ਕੀ ਲੱਗਦਾ ਵੀ ਅਸੀਂ ਉਹ ਇੱਕ ਬੁੱਕ ਫੋਲੋ ਕਰ ਲਈਏ, ਇੱਕ ਕਿਤਾਬ ਪੜ੍ਹ ਲਈਏ, ਇੱਕ ਕਿਤਾਬ ਪੜ੍ਹ ਕੇ ਤੇ ਅਸੀਂ ਨੌਕਰੀ ਲੱਗ ਜਾਈਏ। ਇੱਦਾਂ ਨਹੀਂ ਹੁੰਦਾ ਹੈਗਾ ਵੀ ਤੁਸੀਂ ਇੱਕ ਕਿਤਾਬ ਪੜ੍ਹ ਕੇ ਨੌਕਰੀ ਲੱਗ ਜਾਓਗੇ। ਮੈਂ ਅੱਜ ਤੱਕ ਮੈਨੂੰ ਲੱਗਦਾ 3 ਸਾਲ ਦਾ ਮੈਂ ਆਪ ਤਿਆਰੀ ਕੀਤੀ, ਉਸ ਤੋਂ ਬਾਅਦ ਵੀ ਮੈਂ ਜਦੋਂ ਮੈਂ ਟ੍ਰੇਨਿੰਗ ਕੀਤੀ ਉਸ ਤੋਂ ਬਾਅਦ ਹੁਣ ਤੱਕ ਮਤਲਬ ਕਿ 2014 ਵਿੱਚ ਤਿਆਰੀ ਸ਼ੁਰੂ ਕੀਤੀ ਸੀ ਮੈਂ ਅਤੇ 2021 ਹੋ ਗਿਆ, ਮਤਲਬ ਕੁੱਲ ਮਿਲਾ ਕੇ ਨੀਅਰ ਅਬਾਊਟ 6.5-7 ਸਾਲ ਹੋ ਗਏ ਆ। ਮੈਂ ਅੱਜ ਤੱਕ ਇੱਕ ਬੰਦਾ ਵੀ ਨਹੀਂ ਦੇਖਿਆ ਆਪਦੀ ਲਾਈਫ ਵਿੱਚ, ਜਿਹੜੇ ਵੀ ਮੇਰੇ ਸਰਕਲ 'ਚ ਨੇ ਲਗਭਗ 400 300-400 ਬੰਦਾ ਤਾਂ ਮੈਨੂੰ ਜਾਣਦਾ ਹੀ ਹੋਊਗਾ ਜਿਹੜੇ ਤਿਆਰੀ ਕਰਕੇ ਲੱਗੇ ਨੇ, ਕਿਉਂਕਿ 150-200 ਬੰਦਾ ਸਾਡੀ ਵੈਸੇ ਟੋਟਲ ਬੰਦਾ 400 ਸੀਗਾ ਸਾਡੀ ਟ੍ਰੇਨਿੰਗ ਵਿੱਚ, ਤਾਂ ਉਹਨਾਂ ਵਿੱਚੋਂ 200 ਨਾਲ ਤਾਂ ਮੇਰਾ ਲਿੰਕ ਵਧੀਆ ਸੀਗਾ ਹੀ ਲਗਭਗ, ਬਾਕੀਆਂ ਨਾਲ ਵੀ ਸੀਗਾ, ਪਰ ਜਿਹੜੇ 200 ਨਾਲ ਮੇਰੀ ਗੱਲਬਾਤ ਹੋਈ ਹੈ ਤਿਆਰੀ ਤੂਰੀ ਬਾਰੇ ਵੀ ਕਿਵੇਂ ਕਰਦੇ ਸੀਗੇ, ਤਾਂ ਉਹਨਾਂ ਵਿੱਚੋਂ ਕੋਈ ਵੀ ਇਹੋ ਜਿਹਾ ਬੰਦਾ ਮੈਂ ਨਹੀਂ ਦੇਖਿਆ ਜਿਹਦਾ ਵੀ ਇੱਕ ਕਿਤਾਬ ਵੀ ਉਹ ਪੜ੍ਹ ਕੇ ਤੇ ਕਿਸੇ ਨੇ ਸਾਰਾ ਪੇਪਰ ਕਲੀਅਰ ਕਰਤਾ ਹੋਵੇ ਤੇ ਨੌਕਰੀ ਲੱਗ ਗਿਆ ਹੋਵੇ। ਠੀਕ ਆ, ਅਨਲੈਸ ਕੋਈ ਇੱਕ ਅੱਧਾ ਹੋ ਸਕਦਾ ਚਮਤਕਾਰ ਹੋ ਗਿਆ ਹੋਵੇ, ਐਕਸੈਪਸ਼ਨਸ ਤਾਂ ਹਰ ਜਗ੍ਹਾ ਹੁੰਦੇ ਆ ਵੀ ਰੱਬ ਨੇ ਮਿਹਰ ਕਰਤੀ ਹੋਵੇ ਵੀ ਉਹ ਤੁੱਕੇ ਜਿਹੜੇ ਲਾ ਗਿਆ ਉਹ ਸੈੱਟ ਬਹਿ ਗਏ ਹੁਣ, ਤੇ ਬਾਅਦ 'ਚ ਐਂ ਹੋਵੇ ਬਸ ਮੈਂ ਤਾਂ ਇੱਕ ਕਿਤਾਬ ਹੀ ਪੜ੍ਹੀ ਸੀ ਤੇ ਮੇਰਾ ਪੇਪਰ ਕਲੀਅਰ ਹੋ ਗਿਆ। ਇੱਕ ਕਿਤਾਬ ਪੜ੍ਹ ਕੇ ਕੋਈ ਪੇਪਰ ਨਹੀਂ ਕਲੀਅਰ ਹੁੰਦਾ। ਤਾਂ ਜਿਹੜੇ ਜਵਾਕ ਜਾਂ ਜਿਹੜੇ ਸਟੂਡੈਂਟ ਨਵੀਂ ਤਿਆਰੀ ਸ਼ੁਰੂ ਕੀਤੀ ਹੈ ਜਿਨ੍ਹਾਂ ਨੇ, ਤਾਂ ਸ਼ਾਰਟਕਟ ਵੱਲ ਜਾ ਰਹੇ ਆ ਵੀ ਯਾਰ ਜਿਹੜੇ ਪੜ੍ਹਨ ਤੋਂ ਭੱਜਦੇ ਆ ਵੀ ਬਸ ਤਾਂ ਇੱਕ ਕਿਤਾਬ ਪੜ੍ਹੀਏ ਤੇ ਨੌਕਰੀ ਲੱਗ ਜਾਈਏ, ਇਹ ਸਭ ਝੂਠ ਆ। ਉਹ ਤੁਸੀਂ ਜ਼ਿਆਦਾ ਟਾਈਮ ਖਰਾਬ ਕਰੋਗੇ ਤੇ ਪੈਸੇ ਖਰਾਬ ਕਰੋਗੇ ਕਿਤਾਬ ਦੇ। ਠੀਕ ਹੈ, ਉਹ ਕਿਤਾਬਾਂ ਹੁੰਦੀਆਂ ਵੀ ਜੋ ਤੁਹਾਡੀ ਪੂਰੀ ਤਿਆਰੀ ਹੋ ਗਈ ਉਸ ਤੋਂ ਬਾਅਦ ਤੁਸੀਂ ਉਹ 'ਚੋਂ ਕੁਐਸਚਨ ਕਰ ਲਓ, ਕੁਐਸਚਨ ਕਰਨਾ ਤੁਹਾਡੀ ਪ੍ਰੈਕਟਿਸ ਹੋ ਜਾਂਦੀ ਆ, ਤੁਹਾਨੂੰ ਰਿਵਾਈਜ਼ ਹੋ ਜਾਂਦੀਆਂ ਚੀਜ਼ਾਂ। ਜਦੋਂ ਕੁਐਸਚਨ ਕਰਦੇ ਹੋ ਕੁਛ ਚੀਜ਼ਾਂ ਨਹੀਂ ਆਉਂਦੀਆਂ ਫਿਰ ਤੁਹਾਨੂੰ ਲੱਗਦਾ ਯਾਰ ਪੜ੍ਹੀ ਤਾਂ ਸੀਗੀ ਆ ਨਹੀਂ ਰਹੀ, ਉਹ ਚੀਜ਼ਾਂ ਤੁਹਾਡੀ ਰਿਵਾਈਜ਼ ਹੋ ਜਾਂਦੀਆਂ। ਉਹ ਕਿਤਾਬਾਂ ਤਾਂ ਕਰਕੇ ਹੁੰਦੀਆਂ, ਉਹ ਕਿਤਾਬਾਂ ਪੜ੍ਹ ਕੇ ਕਦੇ ਵੀ ਕਿਸੇ ਦਾ ਪੇਪਰ ਨਹੀਂ ਕਲੀਅਰ ਹੁੰਦਾ ਇਕੱਲੀ ਇੱਕ ਕਿਤਾਬ ਪੜ੍ਹ ਕੇ, ਤਾਂ ਉਸ ਕੰਮ ਵਿੱਚ ਨਾ ਪਾਓ। ਇਸ ਤੋਂ ਇਲਾਵਾ ਹੁਣ ਤੁਸੀਂ ਕਈ ਜਣੇ ਕਾਂਸਟੇਬਲ ਜਾਂ ਸਬ ਇੰਸਪੈਕਟਰ ਦੀ ਤਿਆਰੀ ਕਰ ਰਹੇ ਆ ਜਾਂ ਹੈੱਡ ਕਾਂਸਟੇਬਲ ਦੀ ਤਿਆਰੀ ਕਰ ਰਹੇ ਆ, ਉਹ ਸ਼ਾਇਦ ਇਸ ਵੀਡੀਓ ਨੂੰ ਦੇਖ ਰਹੇ ਹੋਣਗੇ ਅਤੇ ਕਮੈਂਟ ਬਾਕਸ 'ਚ ਲਿਖਣਗੇ ਕਿ ਸਾਨੂੰ ਦੱਸ ਦਿਓ ਸਰ ਅਸੀਂ ਕਿਵੇਂ ਤਿਆਰੀ ਕਰੀਏ। ਕੋਈ ਗੱਲ ਨਹੀਂ, ਟੈਨਸ਼ਨ ਨਾ ਲਓ, 1-2 ਦਿਨ ਵਿੱਚ ਜਾਂ 3-4 ਦਿਨਾਂ ਵਿੱਚ ਮੈਂ ਉਹ ਵੀਡੀਓ ਵੀ ਪਾ ਦੂੰਗਾ ਵੀ ਕਾਂਸਟੇਬਲ ਜਾਂ ਸਬ ਇੰਸਪੈਕਟਰ ਦੀ ਤਿਆਰੀ ਜਿਨ੍ਹਾਂ ਨੇ ਪਹਿਲਾਂ ਨਹੀਂ ਕੀਤੀ, ਨਵੇਂ ਸਿਰੇ ਤੋਂ ਸ਼ੁਰੂ ਕਰਨਾ, ਉਹ ਕਿਵੇਂ ਤਿਆਰੀ ਕਰਨ। ਠੀਕ ਹੈ, ਤਾਂ ਉਮੀਦ ਕਰਦਾ ਵੀ ਤੁਹਾਨੂੰ ਕੁਛ ਨਾ ਕੁਛ ਨਵਾਂ ਸਿੱਖਣ ਨੂੰ ਮਿਲਿਆ ਹੋਊਗਾ ਇਸ ਵੀਡੀਓ ਵਿੱਚੋਂ, ਜਿਹੜੇ ਨਵੇਂ ਸਟੂਡੈਂਟ ਨੇ ਜਿਨ੍ਹਾਂ ਨੇ ਅਜੇ ਤਿਆਰੀ ਸ਼ੁਰੂ ਕਰਨੀ ਹੈ ਜਾਂ ਫਿਰ ਹਜੇ ਸ਼ੁਰੂ ਕੀਤੀ ਹੈ ਪਿੱਛੇ ਜੇ ਥੋੜ੍ਹੇ ਟਾਈਮ ਤੋਂ ਹੀ। ਤਾਂ ਇਸ ਤੋਂ ਇਲਾਵਾ ਜੇ ਤੁਸੀਂ ਕੋਈ ਵੀ ਕੁਐਸਚਨ ਪੁੱਛਣਾ ਚਾਹੁੰਦੇ ਹੋ ਮੈਨੂੰ ਤਾਂ ਕਮੈਂਟ ਬਾਕਸ ਵਿੱਚ ਲਿਖ ਕੇ ਪੁੱਛ ਸਕਦੇ ਹੋ, ਜਾਂ ਫਿਰ ਮੈਂ ਇੰਸਟਾਗ੍ਰਾਮ 'ਤੇ ਜਿਹੜੀ ਮੇਰੀ ਆਈਡੀ ਆ ਉਸ 'ਤੇ ਵੀ ਮੈਂ ਲਿੰਕ ਦਊਂਗਾ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ, ਉੱਥੇ ਤੁਹਾਨੂੰ ਮੈਨੂੰ ਪੁੱਛ ਸਕਦੇ ਹੋ ਕੁਐਸਚਨ ਉੱਥੇ ਜਾ ਕੇ। ਅਤੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਸਕਦੇ ਹੋ, ਤਾਂ ਨਾਲ ਹੀ ਤੁਸੀਂ ਇਹੋ ਜਿਹੀਆਂ ਵੀਡੀਓ ਹੋਰ ਸੁਣਨਾ ਚਾਹੁੰਦੇ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਸਕਦੇ ਹੋ ਅਤੇ ਬੈਲ ਆਈਕਨ ਦੱਬ ਸਕਦੇ ਹੋ
ਧੰਨਵਾਦ ਤੁਹਾਡਾ ਬਹੁਤ ਬਹੁਤ ਵੀਡੀਓ ਦੇਖਣ ਲਈ। ਸਤਿ ਸ਼੍ਰੀ ਅਕਾਲ।